ਇਹ ਤਾਂ ਚੱਲ ਨਹੀਂ ਰਿਹਾ ਹੁਣ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 242 ਤੇ ਪਹਿਲੀ ਹੀ ਪੰਕਤੀ ਹੈ। ਗੌੜੀ ਮਹਿਲਾ ਪੰਜਵਾਂ। ਰਾਗ ਦਾ ਨਾਂ ਹੈ ਗੌੜੀ ਅਤੇ ਪੰਚਮ ਪਾਤਸ਼ਾਹ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ। ਸਾਰੀ ਸੰਗਤ ਨੂੰ ਇੱਕ ਬੇਨਤੀ ਹੈ ਕਿ ਕੱਲ੍ਹ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਮਨਾਉਣ ਹਿੱਤ ਅਖੰਡ ਪਾਠ ਪ੍ਰਾਰੰਭ ਹੋਣੇ ਹਨ। 5 ਤਰੀਕ ਐਤਵਾਰ ਨੂੰ ਭੋਗ ਪੈਣੇ ਨੇ। ਇਸ ਲਈ ਸਾਰੇ ਪਾਠੀ, ਸਾਰੀ ਸੰਗਤ ਇਸ ਗੱਲ ਨੂੰ ਯਾਦ ਰੱਖਣ। ਦੂਸਰਾ, 5 ਤਰੀਕ ਨੂੰ ਜਿਹੜੀ ਸੰਥਿਆ ਚੱਲ ਰਹੀ ਸੀ ਉਹਦੀ ਸਮਾਪਤੀ ਹੋ ਰਹੀ ਹੈ। ਸੋ ਸੰਗਤ ਨੂੰ ਬੇਨਤੀ ਹੈ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣ ਆਪਾਂ ਕਥਾ ਵਾਰਤਾ ਕਰਦੇ ਹਾਂ। ਰੰਗ ਸੰਗ ਬਿਖਿਆ ਕੇ ਭੋਗਾ, ਇਨ ਸੰਗ ਅੰਧ ਨ ਜਾਣੀ। ਅੰਧ ਅੰਨਾ ਅਗਿਆਨੀ। ਜਿਹੜਾ ਅਗਿਆਨੀ ਮਨੁੱਖ ਹੈ, ਰੰਗ ਸੰਗ ਬੜੇ ਪਿਆਰ ਨਾਲ ਵਿਖਿਆ ਕੇ ਭੋਗਾ, ਵਿਸ਼ੇ ਵਿਕਾਰਾਂ ਦੇ ਭੋਗ ਕਰਦਾ ਹੈ, ਬੁਰਾਈਆਂ ਕਰਦਾ ਹੈ। ਔਰ ਇਹਨਾਂ ਕਰਕੇ ਹੀ ਸਾਰੀ ਉਮਰ ਉਹਦੀ ਬੀਤ ਜਾਂਦੀ ਹੈ। ਵਿਸ਼ੇ ਵਿਕਾਰਾਂ ਦੇ ਵਿੱਚ ਹੀ ਸਾਰੀ ਉਮਰ ਬਤੀਤ ਕਰ ਲੈਂਦੇ। ਕੌਣ ਹੈ? ਜੋ ਅੰਨਾ ਹੈ, ਜੋ ਅਗਿਆਨੀ ਹੈ। ਆਲੇ ਦੁਆਲੇ ਜੇ ਤੁਸੀਂ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇ ਕਿੰਨੇ ਅੰਨੇ ਹੀ ਅੰਨੇ ਨੇ। ਉਹੀ ਤਾਂ ਸਾਰੀ ਦੁਨੀਆ ਨਹੀਂ ਹੈ। ਇੱਕ ਵਾਰੀ ਅਕਬਰ ਬੀਰਬਲ ਨੂੰ ਪੁੱਛਦਾ ਵੀ ਬੀਰਬਲ, ਆਪਣੇ ਦੇਸ਼ ਦੇ ਵਿੱਚ ਮੇਰੇ ਰਾਜ 'ਚ ਕਿੰਨੇ ਅੰਨੇ ਨੇ? ਕਹਿੰਦੇ ਜੀ ਸਾਰੇ ਹੀ ਅੰਨੇ ਨੇ। ਕਹਿੰਦਾ ਸਾਰੇ ਨਹੀਂ? ਕਹਿੰਦਾ ਤੁਸੀਂ ਵੀ ਅੰਨੇ ਹੋ ਜੀ। ਬੀਰਬਲ ਅਕਬਰ ਨੂੰ ਕਹਿੰਦਾ ਮਹਾਰਾਜ ਤੁਸੀਂ ਵੀ ਅੰਨੇ ਹੀ ਹੋ। ਕਹਿੰਦਾ ਕਿੱਥੇ ਮੈਨੂੰ ਦਿਸਦਾ? ਕਿ ਕੋਈ ਨਹੀਂ ਜੀ, ਕੋਈ ਦਿਨ ਮੈਨੂੰ ਦੇ ਦਿਓ, ਮੈਂ ਤੁਹਾਨੂੰ ਦਿਖਾ ਦਾਂਗਾ ਤੁਸੀਂ ਅੰਨੇ ਹੋ। ਦੇ ਦਿਓ। ਕੁਝ 1-2 ਮਹੀਨਿਆਂ ਬਾਅਦ ਰਾਜਾ ਭੁੱਲ ਭੁਲਾ ਗਿਆ ਗੱਲ ਨੂੰ। ਬੀਰਬਲ ਇੱਕ ਚੌਂਕ 'ਚ ਬੈਠ ਗਿਆ। ਜਦੋਂ ਅਕਬਰ ਨੇ ਆਉਣਾ ਸੀ ਉੱਥੇ ਜੁੱਤੀਆਂ ਗੰਢਣ ਲੱਗ ਗਿਆ। ਅਕਬਰ ਆਇਆ, ਬੀਰਬਲ ਨੂੰ ਵੇਖ ਕੇ ਕਹਿੰਦਾ ਉਹ ਬੀਰਬਲ ਇਹ ਕੀ ਕਰਦਾ? ਕਹਿੰਦਾ ਹੈ ਨਾ ਤੁਸੀਂ ਅੰਨੇ, ਤੁਹਾਨੂੰ ਨਹੀਂ ਦਿਖਦਾ ਮੈਂ ਜੁੱਤੀਆਂ ਗੰਢ ਰਿਹਾ। ਕਹਿੰਦੇ ਇਹ ਕੀ ਕਰ ਰਿਹਾ? ਸੋ ਕਿਉਂ? ਤਾਂ ਉਹਨੇ ਕਿਹਾ ਸਾਰੇ ਹੀ ਅੰਨੇ ਨੇ। ਅਤੇ ਇੱਥੇ ਗੁਰਬਾਣੀ 'ਚ ਅੰਨਾ ਉਸ ਨੂੰ ਕਿਹਾ ਜੋ ਅਗਿਆਨੀ ਹੈ। ਅਗਿਆਨੀ ਜਿਹੜਾ ਬੜੇ ਪਿਆਰ ਨਾਲ ਵਿਸ਼ੇ ਵਿਕਾਰਾਂ ਦੇ ਭੋਗਾਂ 'ਚ ਲੱਗਾ ਰਹਿੰਦਾ ਹੈ, ਇਹਦੇ ਸਾਰੀ ਉਮਰ ਬਤੀਤ ਕਰ ਦਿੰਦਾ ਹੈ। ਹੋਰ ਕੀ ਕਹਿੰਦਾ? ਹੋਂ ਸੰਚੋਂ ਹੋਂ ਖਾਟਤਾ, ਸਗਲੀ ਅਬਦ ਬਿਹਾਨੀ। ਮੈਂ ਮਾਇਆ ਇਕੱਠੀ ਕਰਦਾ, ਸੰਚੋਂ ਇਕੱਠੀ ਕਰਦਾ ਹਾਂ। ਹੋਂ ਮੈਨੇ ਮੈਂ, ਹੋਂ ਖਾੜਤਾ ਮੈਂ ਮਾਇਆ ਕਮਾਉਂਦਾ ਹਾਂ। ਸਗਲੀ ਮੈਨੇ ਸਾਰੀ, ਅਵਧ ਮੈਨੇ ਉਮਰ, ਬਿਹਾਨੀ ਮੈਨੇ ਬੀਤ ਜਾਂਦੀ ਹੈ। ਸਾਰੀ ਉਮਰ ਉਸ ਦੀ ਇਸਤਰੀ ਬੀਤ ਜਾਂਦੀ। ਕਹਿੰਦਾ ਮੈਂ ਧਨ ਇਕੱਠਾ ਕਰਦਾ ਜੀ, ਮੈਂ ਧਨ ਕਮਾਉਂਦਾ ਜੀ। ਵਿਸ਼ੇ ਵਿਕਾਰਾਂ 'ਚ ਲੱਗਾ ਰਹਿੰਦਾ ਹੈ, ਭਜਨ ਬੰਦਗੀ ਕੋਈ ਕਰਦਾ ਨਹੀਂ, ਇਸ ਲਈ ਸਾਰੀ ਉਮਰ ਬੀਤ ਜਾਂਦੀ। ਹੋਂ ਸੂਰਾ ਪ੍ਰਧਾਨ ਹੋਂ, ਕੋ ਨਾ ਹੀ ਮੁਝੇ ਸਮਾਨੀ। ਸਮਾਨੀ ਮੈਨੂੰ ਬਰਾਬਰ, ਮੈਂ ਸੂਰਮਾ ਹਾਂ। ਸੂਰਾ ਮੈਨੂੰ ਸੂਰਮਾ। ਉਹ ਕਹਿੰਦਾ ਮੈਂ ਸੂਰਮਾ ਹਾਂ, ਪ੍ਰਧਾਨ ਹਾਂ, ਮੈਂ ਪ੍ਰਧਾਨ ਹਾਂ। ਨਾ ਹੀ ਮੁਝੇ ਸਮਾਨੀ, ਮੇਰੇ ਵਰਗਾ ਤਾਂ ਕੋਈ ਕਹਿੰਦੇ ਹੋਰ ਹੈ ਹੀ ਨਹੀਂ। ਸਮਾਨ ਦਾ ਬਰਾਬਰ ਮੇਰੇ ਵਰਗਾ, ਨਾ ਹੀ ਮੁਝੇ ਸਮਾਨੀ, ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਜਦੋਂ ਹਉਮੈ ਹੁੰਦੀ ਹੈ ਫਿਰ ਇਸ ਤਰ੍ਹਾਂ ਹੀ ਬੰਦਾ ਕਹਿੰਦਾ ਤੂੰ ਮੈਨੂੰ ਕੀ ਸਮਝ ਰੱਖਿਆ ਹੈ।
ਜੋਬਨ ਬੰਤ ਆਚਾਰ ਕੁਲੀਨਾ, ਮਨ ਮੈਂ ਹੋਏ ਗੁਮਾਨੀ। ਕਹਿੰਦਾ ਮੈਂ ਬੜਾ ਜਵਾਨ ਹਾਂ, ਆਚਾਰ ਮੈਂ ਉੱਚੇ ਚਾਲ ਚੱਲਣ ਵਾਲਾ ਹਾਂ, ਕੁਲੀਨਾ ਮੈਂ ਉੱਚੀ ਜਾਤ ਦਾ ਹਾਂ, ਮਨ ਮੈਂ ਹੋਏ ਗੁਮਾਨੀ। ਗੁਮਾਨੀ ਮੈਨੇ ਹੰਕਾਰ, ਅਤੇ ਮਨ 'ਚ ਹੰਕਾਰ ਕਰਦਾ ਹੈ ਆਪਣੀ ਜਵਾਨੀ ਦਾ, ਆਪਣੇ ਵਿਹਾਰ ਦਾ, ਆਪਣੀ ਉੱਚੀ ਜਾਤ ਦਾ ਹੰਕਾਰ ਕਰਦਾ ਹੈ। ਜਿਉਂ ਉਲਝਾਇਓ ਬਾਦ ਬੁੱਧ ਕਾ, ਮਰਤਿਆਂ ਨਹੀਂ ਬਿਸਰਾਨੀ। ਭੈੜੀ ਮੱਤ ਹੋਣ ਕਰਕੇ ਇਹ ਮਾਇਆ ਦੇ ਵਿੱਚ ਹੀ ਉਲਝਿਆ ਰਹਿੰਦਾ। ਮਰਤਿਆਂ ਨਹੀਂ ਬਿਸਰਾਨੀ, ਮਰਨ ਵੇਲੇ ਵੀ ਮਾਇਆ ਭੁੱਲਦੀ ਨਹੀਂ ਹੈਗੀ, ਮਾਇਆ 'ਚ ਹੀ ਖਿਆ ਰਹਿੰਦਾ ਹੈ। ਅਤੇ ਗੁਰਬਾਣੀ ਕਹਿੰਦੀ ਅੰਤ ਵਾਰ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਾਰ ਬਾਰ ਹਾਂ ਵਾਰ ਵਾਰ ਸਰਪ ਜੋਨ, ਸੱਪ ਦੀ ਜੂਨੀ ਜਾਂਦੀ। ਕਿ ਜਿੱਧਰ ਨੂੰ ਖਿਆਲ ਰਹਿ ਜਾਂਦਾ ਹੈ ਉਹਦੇ ਅਨੁਸਾਰ ਅਗਲੇ ਜੀਵਨ ਮਿਲਦੇ। ਇਹ ਤਾਂ ਕੋਈ ਵਿਰਲਾ ਟਾਵਾਂ ਹੈ ਜਿਹਦਾ ਧਿਆਨ ਮਰਨ ਵੇਲੇ ਪਰਮਾਤਮਾ ਵੱਲ ਚਲਿਆ ਜਾਏ, ਉਹ ਤਾਂ ਫਿਰ ਸਿੱਧੇ ਹੀ ਸਵਰਗਾਂ ਨੂੰ ਜਾਂਦਾ। ਜਿਹਨੂੰ ਮਰਨ ਵੇਲੇ ਰੱਬ ਯਾਦ ਆ ਗਿਆ ਨਾ, ਉਹ ਤਾਂ ਸਿੱਧਾ ਹੀ ਸਵਰਗਾਂ ਨੂੰ ਜਾਂਦਾ, ਉਹਨੂੰ ਕੋਈ ਜੰਮਣ ਮਰਨ ਚੱਕਰ ਦੀ ਲੋੜ ਹੀ ਨਹੀਂ। ਪਰ ਉਹ ਕੋਈ ਵਿਰਲੇ ਟਾਵੇਂ ਭਾਗਾਂ ਵਾਲੇ ਹੁੰਦੇ ਨੇ, ਨਹੀਂ ਤਾਂ ਕਈ ਵਾਰੀ ਮਰਨ ਵੇਲੇ ਕੋਈ ਧੀ ਪੁੱਤ ਯਾਦ ਹੈ, ਕੋਈ ਜ਼ਿੰਮੇਵਾਰੀ ਯਾਦ ਆ ਜਾਂਦੀ ਹੈ, ਕੁਛ ਹੋਰ ਯਾਦ ਆ ਜਾਂਦਾ ਹੈ, ਸੰਸਾਰ ਯਾਦ ਆ ਜਾਂਦਾ। ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੂ ਕੋ ਸੰਪਾਨੀ। ਮਾਇਆ ਫਿਰ ਜਿਹੜੀ ਇਕੱਠੀ ਕੀਤੀ ਹੁੰਦੀ ਹੈ, ਪਿੱਛੋਂ ਕਿਹਨੂੰ ਦਿੰਦਾ? ਸੰਪਾਨੀ, ਸੌਂਪਣਾ ਭਰਾਵਾਂ ਨੂੰ, ਮਿੱਤਰਾਂ ਨੂੰ, ਬੰਧਪ ਰਿਸ਼ਤੇਦਾਰਾਂ ਨੂੰ, ਸਖੇ ਸਾਥੀਆਂ ਨੂੰ। ਇਹ ਫਿਰ ਮਾਇਆ ਦੇ ਜਾਂਦਾ ਕਿ ਉਹ ਨਾਲ ਚਲੇ ਜਾ ਨਹੀਂ ਸਕਦਾ, ਗਿਆਨ ਹੈ ਨਹੀਂ। ਭਾਵੇਂ ਗਿਆਨ ਵੀ ਕਿਸੇ ਇਹਨੂੰ ਨਾਲ ਨਹੀਂ ਲਿਜਾ ਸਕਦੇ, ਪਰ ਜੇ ਇੱਕ ਵਾਰੀ ਬੰਦਾ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦੇ ਨਾ, ਇਹ ਵੀ ਇੱਕ ਹਵਸ ਹੈ, ਇਹ ਪੂਰੀ ਨਹੀਂ ਹੁੰਦੀ। ਫਿਰ ਚਾਹੇ ਅਰਬਾਂ ਖਰਬਾਂ ਹੋਣ, ਉਹ ਵੀ ਥੋੜ੍ਹੇ ਲੱਗਦੇ ਨੇ। ਫਿਰ ਜੋ ਹੋਰ ਬਹੁਤੇ ਹੁੰਦੇ ਆ, ਫਿਰ ਕਹਿੰਦਾ ਫਲਾਣੇ ਤੋਂ ਮੈਂ ਹੋਰ ਅਮੀਰ ਹਾਂ, ਮੈਂ ਫਲਾਣੇ ਤੋਂ ਅਮੀਰ ਹਾਂ। ਫਿਰ ਇਸ ਚੱਕਰ 'ਚ ਪੈ ਜਾਂਦਾ। ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ। ਜਿਸ ਵਾਸ਼ਨਾ 'ਚ, ਜਿਸ ਖਿਆਲ ਵਿੱਚ ਅਖੀਰ ਨੂੰ ਮਨ ਲੱਗ ਜਾਂਦਾ ਨਾ, ਅੰਤ ਨੂੰ ਉਹੀ ਪ੍ਰਗਟ ਹੁੰਦਾ। ਕਿ ਜਿੱਧਰ ਮਨ ਚਲਿਆ ਗਿਆ, ਉਹਦੇ ਅਨੁਸਾਰ ਫਿਰ ਅਗਲੇ ਜੀਵਨ ਮਿਲਣੇ ਨੇ। ਅਹਿਮ ਬੁੱਧ ਸੋਚੇ ਕਰਮ ਕਰ, ਇਹ ਬੰਧਨ ਬੰਧਾਨੀ। ਹੰਕਾਰ 'ਚ ਆ ਕੇ ਕਰਮ ਤੇ ਸੁੱਚੇ ਕਰ ਆਪਣੇ ਵੱਲੋਂ, ਪਰ ਇਹ ਬੰਧਨ ਬੰਧਾਨੀ, ਇਹ ਬੰਧਨਾਂ 'ਚ ਵੱਜ ਜਾਂਦਾ ਹੈ। ਹੰਕਾਰ 'ਚ ਆ ਕੇ ਕੋਈ ਵੀ ਧਾਰਮਿਕ ਕਰਮ ਕੀਤਾ ਜੇ, ਸਾਡਾ ਛੁਟਕਾਰਾ ਨਹੀਂ ਕਰਾਉਂਦਾ, ਉਹ ਸਗੋਂ ਹੋਰ ਬੰਧਨਾਂ 'ਚ ਵੱਜਦਾ ਹੈ। ਧਾਰਮਿਕ ਕਰਮ ਕਰਨੇ, ਮੰਨ ਲਓ ਤੁਸੀਂ ਦਾਨ ਕਰਨੇ, ਉਹ ਚੀਜ਼ ਤਾਂ ਨਿਮਰਤਾ ਹੈ, ਫਿਰ ਤਾਂ ਹੈ। ਜੇ ਹਉਮੈ 'ਚ ਆ ਕੇ ਕੀਤਾ ਹੈ, ਉਹਦਾ ਕੋਈ ਫਾਇਦਾ ਨਹੀਂ, ਸਗੋਂ ਨੁਕਸਾਨ ਹੋ ਜਾਂਦਾ ਹੈ। ਤੀਰਥ ਸਥਾਨ 'ਤੇ ਜਾ ਕੇ ਆਇਆ ਹੈ, ਹਉਮੈ ਕਰਦਾ ਮੈਂ ਤੀਰਥ ਸਥਾਨ ਜਾ ਕੇ ਇਹ ਜਾ ਹੀ ਨਹੀਂ ਸਕੇ ਹੈ, ਆਹ ਨਹੀਂ ਹੈ, ਉਹ ਨਹੀਂ ਹੈ, ਉਹ ਵੀ ਫਲ ਨਹੀਂ ਫਿਰ ਮਿਲਦਾ ਹੈ। ਕੋਈ ਵੀ ਚੰਗਾ ਕੰਮ ਕਰਨਾ, ਪਰਮਾਤਮਾ ਦੇ ਸ਼ੁਕਰਗੁਜ਼ਾਰ ਸੱਚੇ ਪਾਤਸ਼ਾਹ ਤੇ ਇਹ ਵਧੀਆ ਕੰਮ ਕਰਵਾਇਆ ਹੈ, ਕਿ ਸਮੱਤ ਦੇ ਪਰਮਾਤਮਾ ਹੀ ਦਿੰਦਾ ਨਾ। ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਦਸਾਨੀ। ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਹੇ ਦਿਆਲੂ ਪ੍ਰਭੂ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦਿਓ। ਦਾਸ ਦਸਾਨੀ, ਦਸਾਨੀ ਦਾਸਾਂ ਦਾ ਦਾਸ ਬਣਾ ਦਿਓ ਮੈਨੂੰ, ਇਹ ਮੇਰੇ 'ਤੇ ਕਹਿੰਦੇ ਕਿਰਪਾ ਕਰੋ। ਇਹ ਨਿਮਰਤਾ ਦੀ ਨਿਸ਼ਾਨੀ ਹੈ ਵੀ ਚਲੋ ਦਾਸ ਨਹੀਂ ਬਣਾ ਸਕਦੇ ਤੁਸੀਂ, ਮੈਨੂੰ ਆਪਣੇ ਦਾਸਾਂ ਦੇ ਹੀ ਦਾਸ ਬਣਾ ਦਿਓ। ਅੱਗੇ ਹੁਣ ਇੱਥੇ ਦੇਖੋ ਲਿਖਿਆ 8, 3, 15, 44, ਅੱਗੇ ਲਿਖਿਆ ਜੁਮਲਾ। ਜੁਮਲਾ ਦਾ ਭਾਵ ਹੈ ਟੋਟਲ। ਇੱਥੋਂ ਤੱਕ ਟੋਟਲ 44 ਸ਼ਬਦ ਹੋ ਗਏ।
ਉਹ ਟੋਟਲ ਕੀਤਾ ਗੁਰੂ ਮਹਾਰਾਜ ਨੇ। ਉਹਨੂੰ ਕਹਿੰਦੇ ਜੁਮਲਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਕਿਤੇ ਦੇ ਮੂਲ ਮੰਤਰ ਪੂਰਾ ਲਿਖਿਆ ਹੋਇਆ, ਕਿਤੇ ਇਸ ਤਰ੍ਹਾਂ ਲਿਖਿਆ, ਕਿਤੇ ਸਭ ਤੋਂ ਛੋਟਾ ਵੀ ਲਿਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਭਾ ਪਰਮਾਤਮਾ, ਸਤਿਨਾਮ ਉਹਦਾ ਨਾਮ ਹੈ ਸਤ, ਸਦਾ ਰਹਿਣ ਵਾਲਾ ਉਹ, ਕਰਤਾ ਹੈ ਸਾਰਿਆਂ ਨੂੰ ਬਣਾਉਣ ਵਾਲਾ ਹੈ, ਪੁਰਖ ਸਾਰੇ ਦੇ ਵਿੱਚ ਬਿਰਾਜਮਾਨ ਹੈ, ਗੁਰ ਪ੍ਰਸਾਦ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਗੌੜੀ ਪੂਰਬੀ ਛੰਤ ਮਹਿਲਾ ਪਹਿਲਾ। ਰਾਗ ਦਾ ਨਾਂ ਹੈ ਗੌੜੀ ਪੂਰਬੀ। ਬਾਣੀ ਛੰਦਾਂ 'ਚ ਲਿਖੀ ਗਈ ਹੈ, ਪਹਿਲੇ ਪਾਤਸ਼ਾਹ ਦੀ ਬਾਣੀ। ਮੁੰਦ ਰੈਣ ਦੁਹੇਲੜੀਆ ਜੀਓ ਨੀਂਦ ਨਾ ਆਵੇ। ਮੁੰਦ ਔਰਤ ਨੂੰ ਕਿਹਾ, ਪਤਨੀ ਨੂੰ ਕਿਹਾ। ਰੈਣ ਰਾਤ ਹੁੰਦੀ ਹੈ, ਦੁਹੇਲੜੀਆ ਦੁਖਦਾਈ ਹੁੰਦਾ, ਸੁਹੇਲੜੀਆ ਸੁਖੀ ਸੁਖਦਾਈ, ਦੁਹੇਲੜੀਆ ਦੁਖਦਾਈ। ਹੁਣ ਜੀਵ ਇਸਤਰੀ ਜਿਹੜੀ ਹੈ ਪ੍ਰਭੂ ਪਤੀ ਤੋਂ ਵਿਛੜੀ ਹੋਈ ਹੈ, ਇਸ ਲਈ ਦੀ ਜੀਵਨ ਰੂਪੀ ਰਾਤ ਦੁੱਖ ਨਾ ਬੀਤਦੀ ਹੈ। ਨੀਂਦ ਨਾ ਆਵੇ, ਦੁੱਖ 'ਚ ਨੀਂਦ ਨਹੀਂ ਆਇਆ ਕਰਦੀ, ਵਿਛੋੜੇ 'ਚ ਨੀਂਦ ਨਹੀਂ ਆਉਂਦੀ। ਇਹ ਜੀਵ ਇਸਤਰੀ ਪਰਮਾਤਮਾ ਤੋਂ ਵਿਛੜੀ ਹੋਈ ਹੈ। ਰਹਿਣ ਹੁੰਦੀ ਰਾਤ ਪਾਵੇ ਤੇ ਜੀਵਨ ਰੂਪੀ ਰਾਤ ਦੁਹੇਲੜੀ ਹੈ, ਦੁਖਦਾਈ ਹੈ। ਨੀਂਦ ਨਾ ਆਵੇ, ਇਸ ਨੀਂਦ ਨਹੀਂ ਆਉਂਦੀ, ਕਿਉਂਕਿ ਵਿਛੋੜੇ ਦੇ ਵਿੱਚ ਦੁੱਖ ਹੁੰਦਾ। ਵਿਛੋੜੇ ਦੇ ਵਿੱਚ ਜਿੱਥੇ ਦੁੱਖ ਹੋਏਗਾ ਉੱਥੇ ਨੀਂਦ ਨਹੀਂ ਆਇਆ ਕਰਦੀ। ਸਾ ਤਨ ਦੁਬਲੀਆ ਜੀਓ ਫਿਰ ਕਹਿ ਹਾਵੇ। ਹਾਵਾ ਹੁੰਦਾ ਵਿਛੋੜੇ ਦੇ ਵਿੱਚ ਜਿਹੜੇ ਅਸੀਂ ਹੌਕੇ ਭਰਦੇ, ਉਹਨੂੰ ਹਾਵਾ ਕਰਨੀ। ਸਾ ਧਨ ਜਾਂ ਕਈ ਥਾਂ 'ਤੇ ਸਾਧਨ ਲਿਖਿਆ ਹੁੰਦਾ, ਇੱਕੋ ਹੀ ਗੱਲ ਹੈ। ਜੀਵ ਇਸਤਰੀ ਦੁਬਲੀਆ, ਪਤਲੇ ਨੂੰ ਦੁਬਲੀਆ ਦੁਬਲਾ ਕਹਿੰਦੇ। ਇਹ ਬੰਦਾ ਬੜਾ ਦੁਬਲਾ ਹੈ, ਪਤਲਾ ਹੈ, ਭਾਵ ਦੁਖੀ ਹੈ, ਕਮਜ਼ੋਰ ਹੈ। ਦੁੱਖ ਵਿੱਚ ਵਿਛੋੜੇ 'ਚ ਬੰਦਾ ਹੌਲੀ ਹੌਲੀ ਕਮਜ਼ੋਰ ਹੋ ਜਾਂਦਾ। ਜਿਵੇਂ ਇੱਕ ਲੜਕੀ, ਉਹ 6 ਮਹੀਨੇ ਬਾਅਦ ਵਿਆਹ ਤੋਂ ਬਾਅਦ ਮੈਨੂੰ ਮਿਲੇ, ਸਾਰਾ ਚਿਹਰਾ ਉੱਡਿਆ ਹੋਇਆ। ਮੈਂ ਸੋਚਿਆ ਵੀ ਅਗਲੇ ਘਰ ਇਹਨੂੰ ਪਿਆਰ ਨਹੀਂ ਮਿਲਦਾ। ਮੈਂ ਕੁੜੇ ਕੀ ਗੱਲ ਹੋ ਗਈ ਤੈਨੂੰ, ਤੇਰਾ ਇਸ ਤਰ੍ਹਾਂ ਚਿਹਰਾ ਹੋਇਆ, ਤੈਨੂੰ ਉੱਥੇ ਪਿਆਰ ਨਹੀਂ ਕਰਦੇ? ਕਹੇ ਜੀ ਪਿਆਰ ਤਾਂ ਬਹੁਤ ਕਰਦੇ। ਮੈਂ ਫਿਰ ਇਹ ਤੇਰਾ ਕਿਉਂ ਹਾਲ ਹੋਇਆ ਹੈ? ਕਹਿੰਦੇ ਇਹੀ ਨਾ ਉਹਨਾਂ ਨੂੰ ਨਾ ਮੈਨੂੰ ਸਮਝ ਆ ਰਹੀ ਹੈ। ਕਹਿੰਦੇ ਮੇਰੀ ਸੱਸ ਮੈਨੂੰ ਬਹੁਤ, ਮੇਰੀ ਮਾਂ ਨੇ ਸਾਰੀ ਉਮਰ ਇੰਨਾ ਪਿਆਰ ਨਹੀਂ ਕੀਤਾ ਜਿਹੜਾ ਮੇਰੀ ਸੱਸ ਕਰਦੀ ਹੈ। ਕਹਿੰਦੇ ਮੈਨੂੰ ਕਹੋਗੇ ਉੱਠ ਨਹਾ ਲੈ, ਇਸ਼ਨਾਨ ਕਰ ਲੈ, ਹਾਰ ਸ਼ਿੰਗਾਰ ਕਰ ਲੈ। ਮੈਂ ਹਾਰ ਸ਼ਿੰਗਾਰ ਕਰ ਲਿਆ। ਹੁਣ ਇੱਕ ਸੁਖਣੀ ਸਦਾ ਪਾਠ ਸੁਣਾ। ਕਹਿੰਦੇ ਮੈਂ ਸੁਖਣੀ ਸਦਾ ਪਾਠ ਸੁਣਾਉਣੀ ਹੈ। ਫਿਰ ਮੈਨੂੰ ਜੇ ਛੋਟੇ ਬੱਚੇ ਇਸ ਤਰ੍ਹਾਂ ਗੋਦੀ 'ਚ ਲੈ ਕੇ ਪਿਆਰ ਕਰਦੀ ਹੈ। ਫਿਰ ਮੈਂ ਗੱਲ ਕੀ ਹੋਈ ਹੈ ਕਿ ਇਹੀ ਨਹੀਂ ਸਮਝ ਆ ਰਹੀ। ਮੈਂ ਅਚਾਨਕ ਉਹਨੂੰ ਕਹਿਤਾ, ਮੈਂ ਪੰਡਿਤ ਜੀ ਮੈਨੂੰ ਜਾਣਦੇ ਨੇ, ਉਹਨਾਂ ਨੇ ਕਿਹਾ ਬਾਬਾ ਜੀ ਨੇ ਫਿਰ ਤੂੰ ਜਾਈ ਜਰਾ। ਉਹ ਪੰਡਿਤ ਜੀ ਕੋਲ ਚਲੇ ਗਏ। ਪੰਡਿਤ ਵੇਖ ਕਹਿੰਦਾ ਤੁਹਾਡਾ ਨਾਂ ਬਦਲ ਦਿੱਤਾ ਸਹੁਰਿਆਂ ਨੇ? ਕਹਿੰਦੇ ਹਾਂਜੀ। ਕਹਿੰਦੇ ਇਸ ਕਰਕੇ ਉਹਨਾਂ ਨੂੰ ਕਹੋ ਮੈਨੂੰ ਮੇਰੇ ਅਸਲੀ ਨਾਮ ਨਾਲ ਸੱਦਿਆ ਕਰਨ, ਫਿਰ ਤੂੰ ਠੀਕ ਹੋ ਜਾਏਗੀ। 6 ਮਹੀਨੇ ਬਾਅਦ ਫਿਰ ਮਿਲੀ, ਫਿਰ ਠੀਕ, ਸਭ ਕੁਝ ਠੀਕ ਹੋ ਗਿਆ। ਇੱਕ ਇਹ ਵੀ ਕਾਰਨ, ਜੇ ਅੱਗੇ ਪਿਆਰ ਨਾ ਮਿਲੇ ਤਾਂ ਵੀ ਚਿਹਰਾ ਉਤਰ ਜਾਂਦਾ। ਫਿਰ ਤੁਸੀਂ ਲੜਕੀ ਵਿਆਹੀ, ਅਗਲੇ ਘਰ ਪਿਆਰ ਨਹੀਂ ਮਿਲਦਾ, ਉਹਦਾ ਚਿਹਰਾ ਉਤਰ ਜਾਏਗਾ। ਤੁਸੀਂ ਆਪਣੀ ਲੜਕੀ ਵੇ ਅਗਲੇ ਘਰ ਨੂੰ ਪਿਆਰ ਮਿਲਦਾ, ਉਹਦੀਆਂ ਗੱਲਾਂ ਭਰ ਜਾਣਗੀਆਂ, ਉਹਦੀਆਂ ਗੱਲਾਂ ਭਰ ਜਾਣਗੀਆਂ। ਉਹ ਤੋਂ ਪਤਾ ਲੱਗਦਾ ਵੀ ਹਾਂ ਅੱਗੋਂ ਪਿਆਰ ਮਿਲਦਾ। ਪਿਆਰ ਦੇ ਵਿੱਚ ਸਰੀਰ ਤਾਕਤਵਰ ਬਣਦਾ ਹੈ, ਵਿਛੋੜੇ 'ਚ ਪਤਲਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਸਾ ਤਨ ਦੁਬਲੀਆ ਜੀਓ ਫਿਰ ਕਹਿ ਹਾਵੇ। ਪਤੀ ਦੇ ਵਿਛੋੜੇ ਕਾਰਨ
जीव स्त्री बहुत कमज़ोर हो गई, दुबली है, बहुत कमज़ोर हो गई। धान थी दुबल कंत हावे, केव नैणी देखे। ਇਹ ਜੀਵ ਇਸਤਰੀ ਪਤੀ ਦੇ ਹਾਵੇ ਵਿੱਚ ਕਮਜ਼ੋਰ ਹੋ ਗਈ ਹੈ। ਕੇਵ ਨੈਣੀ ਦੇਖੇ, ਕੇਵ ਨੇ ਕਿਸ ਤਰ੍ਹਾਂ ਨੈਣੀ ਅੱਖਾਂ ਨਾਲ, ਕਿਸ ਤਰ੍ਹਾਂ ਅੱਖਾਂ ਨਾਲ ਆਪਣੇ ਪ੍ਰਭੂ ਪਤੀ ਨੂੰ ਵੇਖੇ। ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ। ਹੁਣ ਵਿਛੋੜਾ परमात्मा तो, विछोड़ा प्रभु पति तो, बड़े श्रृंगार करती है। मिठ रस भोग, मिठे ते रसदायक भोजन खाती है। सब झूठ किते न लेखे, ये सब झूठ है, किसी लेखे च नहीं है, क्योंकि परमात्मा नाम नहीं जपया जा रहा, विछोड़ा पै गया है। हार श्रृंगार मिठे भोजन सब कहते व्यर्थ ने, ये किसी लेखे च नहीं है। मैं मत, इनू मैं मत नहीं पढ़ते न, मैं शराब नूं कहंदे ने, जिन्हों अजकल आपां ठेका करने उर्दू फारसी जिसनूं मैं खाना कहंदे सन। मैं खाना वो थां जिथे शराब मिलती है, भाव नशा। मैं मत जोबन गर्भ गाली, जवानी दे नशे च जिहड़ी मत है वो हंकार ने, जवानी के नशे ने गाल दी है, जवानी गल गई है। क्योंकि मत जिहड़ी है वो जिहड़ा मस्तानी है, इसलिए हंकार च मस्तानी हो गया, सोचदा नहीं कुछ, तो इस तरह जोबन जिहड़ा बर्बाद हो गया है। दुधा थणी ना आवे, दुधा थणा च दुध नहीं आ रहे, थणा च दुध तां आवे जे पति ना मिलाप होवे। औरत पति नूं मिलदी ही नहीं, पति औरत नूं मिलदा ही नहीं, तो फिर वो प्रैगनेंट ना प्रैगनेंट होएगी, ना उसदे थणे दुध आवेगा। इसलिए पति नाल क्यों नहीं मिलाप हो रहा? मैं मत जोबन, जवानी दा हंकार है, जवानी दा हंकार है। क्यों? तां कि जवानी मस्तानी हुंदी है, जवानी दा हंकार है, मत हंकारी हो गई है, इसलिए सारी जवानी बर्बाद हो गई है। थणा दे जे दुध नहीं उतर रहा, पाप परमात्मा नाल मिलाप नहीं हो रहा है। नानक साथ अन मिलै मिलाई, बिन फिर नींद ना आवे। जीव इस्त्री तां ही परमात्मा नूं मिल सकदी है जे गुरु मिलावे, तो सिद्धे तो मिल नहीं सकते। ਅਸੀਂ ਸਿੱਧੇ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਗੁਰੂ ਰਾਹੀਂ ਮਿਲ ਸਕਦੇ ਹਾਂ। ਤੇ ਜਿਹੜਾ ਹੈ ਹੀ ਮਤ ਮਾਰੀ ਵਾਲਾ, ਉਹ ਗੁਰੂ ਵਾਲਾ ਬਣਦਾ ਹੀ ਨਹੀਂ ਹੈਗਾ, ਇਸ ਲਈ ਪਰਮਾਤਮਾ ਨਾਲ ਮੇਲ ਹੀ ਨਹੀਂ ਹੁੰਦਾ। ਹੁਣ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ, ਬਿਨ ਫਿਰ ਨੀਂਦ ਨਾ ਆਵੇ। ਪਤੀ ਤੋਂ ਬਿਨਾਂ ਫਿਰ ਨੀਂਦ ਨਹੀਂ ਆਉਂਦੀ, ਵਿਛੋੜਾ ਨਾ। ਮੁੰਦ ਨਿਮਾਨੜੀਆ ਜੀਓ, ਬਿਨ ਧਣੀ ਪਿਆਰੇ। ਧਣੀ ਪਤੀ ਨੂੰ ਕਹਿੰਦੇ, ਪਰਮਾਤਮਾ ਨੂੰ ਕਹਿੰਦੇ। ਪਿਆਰੇ ਪਤੀ ਪਰਮਾਤਮਾ ਤੋਂ ਬਿਨਾਂ ਮੁੰਦ ਇਹ ਜੀਵ ਇਸਤਰੀ ਨਿਮਾਨੜੀ, ਵਿਚਾਰੀ ਨਿਮਾਣੀ ਹੈ। ਇਹ ਤੇ ਨਿਮਾਣੀ ਹੈ ਕਿਉਂਕਿ ਪ੍ਰਭੂ ਪਤੀ ਮਿਲ ਨਹੀਂ ਰਿਹਾ ਹੈ। क्यों सुख पावेगी बिन उर धारे, उर मैंने हिरदा, धारे मैंने वसाउणा। पति दी याद नूं हिरदे च वसाउण तो बिना किवें सुख मिलेगा। जिन्ना च असीं परमात्मा दी याद नूं हिरदे च ही नहीं वसाउंदे, उन्ना च सुख नहीं मिलदा। ये संसारक चीज़ां दा जिहड़ा सुख है, ये थोड़ी देर दा हुंदा। चीज़ां तो माया तो सुख तो हुंदा है, इस कोई शक नहीं, पर यह थोड़ी देर का हुंदा है, यह सदैवी नहीं हुंदा। सदैवी सुख तो परमात्मा के नाम विच है। परमात्मा का नाम जे जीव सदैवी सुख दिंदा है। ये हुण हिरदे च परमात्मा की याद नूं वसाउंदे नहीं,
ਇਸ ਲਈ ਸੁੱਖ ਮਿਲਦਾ ਨਹੀਂ ਹੈ। ਨਾਹ ਬਿਨ, ਇਹਨੂੰ ਨਾ ਨਹੀਂ ਪੜ੍ਹਦੇ, ਨਾ ਹੁੰਦਾ ਨਹੀਂ, ਨਾ ਬਿਨਾਂ ਬਿੰਦੇ ਪਰ ਨਾ ਪਤੀ ਨੂੰ ਕਹਿੰਦੇ ਨੇ। ਨਾ ਬਿਨ ਘਰ ਵਾਸ ਨਹੀਂ, ਪੁੱਛੋ ਸਖੀ ਸਹੇਲੀਆਂ। ਸਖੀਆਂ ਸਹੇਲੀਆਂ ਨੂੰ ਜਾ ਕੇ ਪੁੱਛ ਲਓ ਕਿ ਪਤੀ ਤੋਂ ਬਿਨਾਂ ਘਰ 'ਚ ਵਸ ਹੀ ਨਹੀਂ ਸਕਦੀ ਜੀਵ ਇਸਤਰੀ, ਉਹਨੂੰ ਘਰ 'ਚ ਵਾਸ ਹੀ ਨਹੀਂ ਮਿਲਦਾ ਹੈ। ਬਿਨ ਨਾਮ ਪ੍ਰੀਤ ਪਿਆਰ ਨਹੀਂ, ਵਸੈ ਸਾਚ ਸਹੇਲੀਆ। ਫਿਰ ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਹੋਈਆਂ ਹਨ, ਜੋ ਸੁਖੀ ਹਨ, ਸੁਖੀ ਵਸਦੀਆਂ ਹਨ, ਉਹ ਫਿਰ ਦੱਸਦੀਆਂ ਉਹਨੂੰ ਬਿਨ ਨਾਮ ਪ੍ਰੀਤ ਪਿਆਰ ਨਹੀਂ। ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਪਰਮਾਤਮਾ ਨਾਲ ਪਿਆਰ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਪਰਮਾਤਮਾ ਨਾਲ ਪਿਆਰ ਨਹੀਂ, ਉਹਨਾਂ ਚਿਰ ਮਿਲਦਾ ਨਹੀਂ ਹੈ। ਜਿਹੜੀਆਂ ਸੁਖੀ ਵਸਦੀਆਂ ਨਾ, ਉਹ ਫਿਰ ਉਹਨੂੰ ਢੰਗ ਦੱਸਦੀਆਂ ਵੀ ਤੂੰ ਦੁਖੀ ਹੈ, ਤੂੰ ਕਿਵੇਂ ਸੁਖੀ ਹੋ ਸਕਦੀ ਹੈ, ਤੂੰ ਪਰਮਾਤਮਾ ਦੇ ਵਿਛੜੀ ਹੋਈ ਹੈ, ਉਹਨੂੰ ਕਿਵੇਂ ਮਿਲ ਸਕਦੀ ਹੈ। ਉਹ ਕਹਿੰਦੇ ਬਿਨ ਨਾਮ ਪ੍ਰੀਤ ਪਿਆਰ ਨਹੀਂ। ਜਿੰਨਾ ਚਿਰ ਨਾਮ ਨਾਲ ਪਿਆਰ ਹੀ ਨਹੀਂ ਹੈ, ਉਹਨਾਂ ਚਿਰ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ ਹੈ। ਨਾਮ ਜਪ ਜਪ ਕੇ ਹੀ ਪਰਮਾਤਮਾ ਨਾਲ ਪਿਆਰ ਪੈਂਦਾ ਹੈ। ਨਾ ਪਰਮਾਤਮਾ ਦਿਸੇ ਨਾ ਦਿਸੇ, ਜਿਹੜਾ ਦਿਸ ਰਿਹਾ ਹੁੰਦਾ ਉਹਨੂੰ ਉਹਦੇ ਨਾਲ ਪਿਆਰ ਪਾਉਣਾ ਆਸਾਨ ਹੈ। ਪਰਮਾਤਮਾ ਦਿਸਦਾ ਹੀ ਨਹੀਂ ਹੈ, ਉਹ ਤਾਂ ਨਿਰਗੁਣ ਸਰੂਪ ਹੈ। ਸਰਗੁਣ ਨੂੰ ਪਿਆਰ ਕਰਨਾ ਸਾਨੂੰ ਆਉਂਦਾ ਨਹੀਂ ਹੈਗਾ। ਅਸੀਂ ਸਾਰੇ ਪਰਮਾਤਮਾ ਦਾ ਸਰਗੁਣ ਸਰੂਪ ਬੈਠੇ। ਇੱਕ ਪਰਮਾਤਮਾ ਦਾ ਨਿਰਗੁਣ ਸਰੂਪ ਹੁੰਦਾ, ਜਿਹੜਾ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਹੈਗਾ। ਸੋ ਇਸ ਕਰਕੇ ਕਹਿੰਦੇ ਨਾਹ ਬਿਨ ਘਰ ਵਾਸ ਨਹੀਂ, ਪੁੱਛੋ ਸਖੀ ਸਹੇਲੀ। ਪਤੀ ਤੋਂ ਬਿਨਾਂ ਪਤੀ ਦੇ ਘਰ 'ਚ ਕੋਈ ਵਸਣ ਨਹੀਂ ਦਿੰਦਾ ਹੈਗਾ। ਜੇ ਬਹੁਤੀਆਂ ਔਰਤਾਂ ਦੇ ਪਤੀ ਜਿਹੜੇ ਨੇ ਫੌਜ ਹੁੰਦੇ ਨੇ, ਉਹ 2 ਮਹੀਨੇ ਦੀ ਛੁੱਟੀ ਜਦੋਂ ਆਉਂਦਾ ਹੈ, ਉਹ ਪੇਕਿਓਂ ਸਹੁਰੇ ਆ ਜਾਂਦੇ ਬੀਬੀ। ਜਿੰਨਾ ਚਿਰ ਪਤੀ ਰਹਿੰਦਾ ਹੈ ਉਹਨਾਂ ਚਿਰ ਉੱਥੇ ਰਹਿੰਦੀ ਹੈ। ਜਦੋਂ ਪਤੀ ਫੌਜ ਮੁੜ ਕੇ ਚਲੇ ਜਾਂਦਾ, ਆਪਣੇ ਪੇਕੇ ਨੂੰ ਮੁੜ ਕੇ ਚਲੀ ਜਾਂਦੀ ਹੈ ਵੀ ਮੈਂ ਹੁਣ ਇੱਥੇ ਕੀ ਕਰਨਾ, ਵੀ ਮੈਂ ਇੱਥੇ ਕੀ ਕਰਨਾ, ਹੁਣ ਮੈਂ ਇਹਦੀ ਰੋਟੀਆਂ ਪਕਾਉਣ 'ਤੇ, ਕੱਪੜੇ ਧੋਣ 'ਤੇ, ਮੇਰਾ ਘਰ ਵਾਲਾ ਤਾਂ ਇੱਥੇ ਹੈ ਨਹੀਂ। ਬਹੁਤ ਸਾਰੇ ਬੀਬੀਆਂ ਜਦੋਂ ਘਰ ਵਾਲਾ ਰਹਿੰਦੇ ਪੇਕੇ ਚਲੇ ਜਾਂਦੇ ਨੇ, ਅਤੇ ਜੇ ਕੁਦਰਤੀ ਘਰ ਵਾਲਾ ਜਾਵੇ ਮਰ, ਅਤੇ ਬਾਕੀ ਜਿਹੜੇ ਜੀਅ ਨੇ ਉਹਨੂੰ ਰੱਖ ਕੇ ਰਾਜੀ ਨਹੀਂ ਘਰ 'ਚ, ਉਹਨੂੰ ਰੱਖ ਕੇ ਰਾਜੀ ਨਹੀਂ ਕਿ ਚੱਲ ਕੋਈ ਭਾਈ ਨਹੀਂ, ਤੂੰ ਰਹੀ ਜਾ, ਰੋਟੀ ਪਾਣੀ ਖਾਈ ਜਾ ਆਪਣੇ ਜਿੰਨਾ। ਬਹੁਤੇ ਤਾਂ ਉਹਨੂੰ ਰੱਖ ਕੇ ਰਾਜੀ ਨੇ ਵੀ ਸਾਡਾ ਮੁੰਡਾ ਮਰ ਗਿਆ, ਅਸੀਂ ਇਸ ਤੋਂ ਕੀ ਕਰਾਉਣਾ। ਅਸੀਂ ਕਈ ਰੱਖ ਕੇ ਰਾਜੀ ਨੇ, ਉਹ ਰਹਿੰਦੀ ਨਹੀਂ ਹੈ। ਕਈ ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਪੁੱਤਰ ਮਰ ਗਏ, ਆਰਥਿਕ ਹਾਲਤ ਉਹਨੇ ਠੀਕ ਸੀ, ਉਹ ਕਹਿੰਦੇ ਕੋਈ ਨਹੀਂ ਬੀਬਾ, ਵੀ ਜੋ ਭਾਣਾ ਵਰਤਣਾ ਸੀ, ਤੇਰਾ ਪਤੀ ਮਰ ਗਿਆ, ਸਾਡਾ ਪੁੱਤਰ ਮਰ ਗਿਆ, ਦੁੱਖ ਤਾਂ ਬਰਾਬਰ ਦੇ ਹੀ ਨੇ, ਵੀ ਚਲੋ ਤੂੰ ਸਾਡੀ ਨੂੰਹ ਹੈ, ਤੂੰ ਹੁਣ ਧੀ ਬਣ ਕੇ ਸਾਡੇ ਰਹੀ ਜਾ, ਆਪਣਾ ਖਾ ਪੀ ਕੰਮ ਧੰਦਾ ਕਰ, ਸਮਾਂ ਆਏਗਾ ਜੇ ਤੂੰ ਚਾਹੇਂਗੇ ਅਸੀਂ ਤੇਰਾ ਦੁਬਾਰਾ ਵਿਆਹ ਕਰ ਦਾਂਗੇ। ਪਰ ਨਾ, ਪੇਕਿਆਂ ਨੂੰ ਆ ਜਾਂਦੀ, ਉੱਥੇ ਨਹੀਂ ਰਹਿੰਦੀ ਕਈ ਵਾਰ, ਅਤੇ ਕਈਆਂ ਨੂੰ ਰੱਖਦਾ ਕੋਈ ਨਹੀਂ। ਅਤੇ ਫਾਰਸੀ ਸ਼ਾਹ ਪ੍ਰਭੂ ਪਤੀ ਨੂੰ ਵੀ ਕਹਿੰਦੇ ਨੇ। ਪੂਰਾ ਸ਼ਬਦ ਹੈ ਸ਼ਾਹ, ਉਹਦਾ ਸੰਖੇਪ ਰੂਪ ਹੈ ਸ਼, ਉਹਦਾ ਸੰਖੇਪ ਰੂਪ ਹੈ ਸ਼। ਜਿਵੇਂ ਹਿੰਦੀ ਦਾ ਪੂਰਾ ਸ਼ਬਦ ਹੈ ਜਹਾਂ, ਉਹਦਾ ਸੰਖੇਪ ਰੂਪ ਹੈ ਜਹ। ਹਿੰਦੀ ਦਾ ਪੂਰਾ ਸ਼ਬਦ ਹੈ ਤਹਾਂ, ਉਹਦਾ ਸੰਖੇਪ ਰੂਪ ਹੈ ਤਹ। ਹਿੰਦੀ ਦਾ ਪੂਰਾ ਸ਼ਬਦ ਹੈ ਕਹਾਂ, ਉਹਦਾ ਸੰਖੇਪ ਰੂਪ ਹੈ ਕਹਿ। ਇਸੇ ਤਰ੍ਹਾਂ ਹੀ ਇਹ ਸ਼ਾਹ ਦਾ ਸੰਖੇਪ ਰੂਪ ਹੈ ਸ਼। ਇਹਨੂੰ ਸ਼ਾਹ ਵੀ ਪੜ੍ਹ ਸਕਦੇ ਹੋ, ਕਿਉਂਕਿ ਹਾਹੇ ਤੋਂ ਪਹਿਲਾ ਅੱਖਰ ਸੱਸਾ ਮੁਕਤਾ ਹੈ। ਫਾਰਸੀ ਦੇ ਵਿੱਚ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਉਹਨੂੰ ਕੰਨਾਂ ਲਾ ਕੇ ਬੋਲਿਆ ਜਾਂਦਾ ਹੈ। ਸ਼ਰਤ ਹੈ ਕਿ ਹਾਹਾ ਅਖੀਰ 'ਤੇ ਹੋਣਾ ਚਾਹੀਦਾ ਹੈ। ਫਾਰਸੀ ਜੇ ਹਾਹਾ ਸ਼ਬਦ ਦੇ ਵਿਚਾਲੇ ਆ ਗਿਆ ਹੈ ਫਿਰ ਨਹੀਂ, ਜੇ ਅਖੀਰ 'ਤੇ ਹੋਵੇ।
ਸੋ ਇਸ ਨੂੰ ਤੁਸੀਂ ਸ਼ਾਹ ਵੀ ਪੜ੍ਹ ਸਕਦੇ ਹੋ, ਸ਼ਹ ਵੀ ਪੜ੍ਹ ਸਕਦੇ ਹੋ। ਇਹਨੂੰ ਸ਼ਾਹ ਨਹੀਂ ਪੜ੍ਹਨਾ, ਸ਼ਾਹ ਫਾਰਸੀ 'ਚ ਕੋਈ ਸ਼ਬਦ ਨਹੀਂ ਹੈ, ਪਰ ਚੱਲ ਪਿਆ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ। ਸ਼ਾਹ ਸੁਹਾਗਣ ਆਮ ਕਹਿੰਦੇ। ਸਾਰੀ ਮੈਂ ਫਾਰਸੀ ਡਿਕਸ਼ਨਰੀ ਵੇਖੀ, ਇਹਦਾ ਕਿਤੇ ਮੈਨੂੰ ਸ਼ਾਹ ਉਚਾਰਨ ਨਹੀਂ ਮਿਲਿਆ। ਸ਼ਾਹ ਮਿਲਿਆ ਜਾਂ ਸ਼ਹ ਇਹ ਮਿਲਿਆ। ਪਾਪ ਪ੍ਰਭੂਪਤੀ ਸੱਚ ਮਨ ਸੱਜਣ ਸੰਤੋਖ ਮੇਲਾ, ਗੁਰਮਤੀ ਸ਼ਹ ਜਾਣੇ। ਇੱਕ ਤਾਂ ਮਨ 'ਚ ਸੱਚ ਹੋਵੇ, ਪਰਮਾਤਮਾ ਦਾ ਨਾਮ ਹੋਵੇ, ਮਨੁੱਖ ਸੱਜਣ ਹੋਵੇ, ਉਹਦੇ ਅੰਦਰ ਸੰਤੋਖ ਹੋਵੇ, ਗੁਰੂ ਦੀ ਮੱਤ ਰਾਹੀਂ ਉਹ ਚੱਲੇ, ਫਿਰ ਉਹਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ, ਉਹ ਆਪਣੇ ਪ੍ਰਭੂ ਪਤੀ ਨੂੰ ਜਾਣ ਸਕਦੀ ਹੈ। ਗੁਣ ਵੀ ਤੇ ਨਾਲ ਚਾਹੀਦੇ ਨੇ, ਨਿਰਾ ਸਿਮਰਨ ਨਹੀਂ ਚਾਹੀਦਾ, ਗੁਣ ਵੀ ਨਾਲ ਚਾਹੀਦੇ ਹਨ। ਨਾਨਕ ਨਾਮ ਨਾ ਛੋੜੈ ਸਾਧਨ, ਨਾਮ ਸਹਿਜ ਸਮਾਣੀ। ਫਿਰ ਇਹੋ ਜਿਹੀ ਜੀਵ ਇਸਤਰੀ ਜਦੋਂ ਪਰਮਾਤਮਾ ਨਾਲ ਨੂੰ ਜਾਣ ਲੈਂਦੀ ਹੈ, ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਨਾਨਕ ਨਾਮ ਨਾ ਛੋੜੈ ਸਾਧਨ, ਫਿਰ ਇਹ ਜੀਵ ਇਸਤਰੀ ਪਰਮਾਤਮਾ ਦੇ ਨਾਮ ਨੂੰ ਛੱਡਦੀ ਨਹੀਂ ਹੈ, ਨਾਮ ਜਪਦੀ ਹੀ ਰਹਿੰਦੀ ਹੈ। ਪਹਿਲਾਂ ਆਪਾਂ ਨਾਮ ਜਪਦੇ ਹਾਂ ਪਰਮਾਤਮਾ ਨਾਲ ਮੇਲ ਹੋ ਜਾਏ, ਜਦੋਂ ਪਰਮਾਤਮਾ ਨਾਲ ਮੇਲ ਹੋ ਜਾਂਦਾ ਫਿਰ ਨਾਮ ਭੁੱਲੇ ਹੀ ਨਹੀਂ ਕਰਦਾ ਹੈਗਾ, ਫਿਰ ਬੰਦਾ ਹਰ ਵਕਤ ਨਾਮ ਜਪਦਾ ਰਹਿੰਦਾ ਹੈ। ਇਹਦੇ ਕੋਈ ਚੀਜ਼ ਪ੍ਰਾਪਤ ਹੋ ਗਈ ਅਤੇ ਹੁਣ ਬੰਦ ਕਰ ਦਿਓ ਜੀ। ਬਹੁਤ ਵਾਰੀ ਪਾਠ ਕਿਸੇ ਕੰਮ ਲਈ ਕੀਤਾ, ਕੰਮ ਹੋ ਗਿਆ, ਪਾਠ ਬੰਦ ਕਰ ਦਿੱਤਾ ਗਿਆ। ਪਾਠ ਕਰਦੇ ਹੀ ਰਹਿਣਾ ਚਾਹੀਦਾ, ਕਿਉਂ ਸਾਨੂੰ ਤਾਂ ਲੋੜ ਪੈਂਦੀ ਹੀ ਰਹਿਣੀ, ਕਦੇ ਕੋਈ ਗੱਲ ਕਿਸੇ ਕਾਰਨ, ਕਦੇ ਕਿਸੇ ਕਾਰਨ। ਕਾਰਜ ਤੁਹਾਡੇ ਭਜਨ ਬੰਦਗੀ ਨੇ ਸਵਾਰਨੇ ਹਨ, ਇਸ ਲਈ ਭਜਨ ਬੰਦਗੀ ਕਰਦੇ ਰਹੀਦਾ ਹੁੰਦਾ। ਜਿੰਨਾ ਚਿਰ ਸਰੀਰ ਆਗਿਆ ਦੇਵੇ ਬੈਠ ਸਕਦੇ ਹਾਂ, ਚੌਂਕੜੀ ਮਾਰ ਸਕਦੇ ਹਾਂ। ਉਹੀ ਤਾਂ ਪੋਥੀ ਸਾਹਮਣੇ ਟੇਬਲ 'ਤੇ ਰੱਖ ਕੇ, ਟੇਬਲ ਦੇ ਉੱਤੇ ਕੱਪੜਾ ਵਿਛਾ ਲਓ, ਉਸ 'ਤੇ ਪੋਥੀ ਰੱਖ ਕੇ ਕੁਰਸੀ 'ਤੇ ਬੈਠ ਕੇ ਵੀ ਤੁਸੀਂ ਪੋਥੀ ਦਾ ਪਾਠ ਕਰ ਸਕਦੇ ਹੋ। ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਨਹੀਂ ਕਰ ਸਕਦੇ। ਸੋ ਜਿੰਨਾ ਚਿਰ ਸਰੀਰ ਆਗਿਆ ਦਿੰਦਾ ਹੈ, ਆਪਣਾ ਭਾਈ ਪਾਠ ਵੀ ਕਰਦੇ ਰਹੋ। ਜੇ ਸਰੀਰ ਹੁਣ ਆਗਿਆ ਉਸ ਤਰ੍ਹਾਂ ਚੌਂਕੜੀ ਮਾਰਨ ਦੀ ਉਸ ਬੈਠ ਨਹੀਂ ਦਿੰਦਾ, ਫਿਰ ਆਪਣਾ ਸਿਮਰਨ ਕਰਦੇ ਲੇਟੇ ਹੋਏ, ਜਿਸ ਹਾਲਤ 'ਚ ਵੀ ਹੋ, ਜਿੱਥੋਂ ਤੱਕ ਵੀ ਹੋ ਸਕੇ ਭਜਨ ਬੰਦਗੀ ਕਰਦੇ ਰਹਿਣਾ। ਜਦੋਂ ਬੇਵਸੀ ਹੋ ਜਾਏ ਫਿਰ ਗੱਲ ਹੋਰ ਹਨ, ਉਹ ਤਾਂ ਫਿਰ ਪਰਮਾਤਮਾ ਨੂੰ ਨਹੀਂ ਪਤਾ ਹੁੰਦਾ। ਮੰਨ ਦੀ ਯਾਦ ਸ਼ਕਤੀ ਖਤਮ ਹੋ ਰਹੀ ਹੈ, ਉਹ ਵੀ ਨਹੀਂ ਭਜਨ ਬੰਦਗੀ ਕਰਦੇ, ਉਹਨੂੰ ਯਾਦ ਹੀ ਨਹੀਂ ਕੁਛ ਆਉਂਦਾ ਹੈਗਾ, ਕਿਉਂਕਿ ਜਿਉਂ ਵੱਡੀ ਉਮਰ ਦੀ ਬਹੁਤ ਸਾਰਿਆਂ ਦੀ ਯਾਦ ਸ਼ਕਤੀ ਘਟਣ ਲੱਗ ਜਾਂਦੀ ਹੈ, ਹੌਲੀ 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 ਖਤਮ ਹੋ ਜਾਂਦੀ। ਜੇ ਵੇਲੇ ਸਿਰ ਹੀ ਸਾਵਧਾਨ ਹੋਇਆ ਜਾਏ, ਹੋਮੋਪੈਥੀ ਦਵਾਈਆਂ ਨੇ ਜਿਹੜੀ ਯਾਦ ਸ਼ਕਤੀ ਘਟਣ ਤੋਂ ਰੋਕ ਦਿੰਦੀਆਂ ਨੇ, ਇਸ ਲਈ ਵੇਲੇ ਸਿਰ ਆਪਣਾ ਪ੍ਰਬੰਧ ਕਰ ਲੈਣਾ ਚਾਹੀਦਾ। ਜੇ ਇੱਕ ਵਾਰੀ ਫਿਰ ਚੱਲ ਪਿਆ ਕੰਮ, ਫਿਰ ਬਹੁਤ ਮੁਸ਼ਕਿਲ ਹੈ, ਫਿਰ ਘਟਦੀ ਹੋ ਜਾਂਦੀ ਯਾਦ ਸ਼ਕਤੀ। ਫਿਰ ਜੇ ਯਾਦ ਸ਼ਕਤੀ ਉਹਨੂੰ ਯਾਦ ਹੀ ਨਹੀਂ ਰਹਿੰਦਾ ਮੈਂ ਕੀ ਕਿਹਾ, ਉਸੇ ਗੱਲ ਨੂੰ ਵਾਰੀ ਵਾਰੀ ਕਹੀ ਜਾਂਦਾ ਹੁੰਦਾ। ਅਤੇ ਉਮਰ ਨਾਲ ਹਰ ਇੱਕ ਚੀਜ਼ ਨੇ ਘਟਣਾ ਹੁੰਦਾ। ਜਦੋਂ ਕੋਈ ਚੀਜ਼ ਪੁਰਾਣੀ ਹੁੰਦੀ ਹੈ, ਉਹ 'ਚ ਹਰ ਪ੍ਰਕਾਰ ਦੀ ਸ਼ਕਤੀ ਘਟਦੀ ਜਾਂਦੀ ਹੈ, ਕੋਈ ਵੀ ਚੀਜ਼ ਹੈ। ਸਰੀਰ ਇੱਕ ਮਸ਼ੀਨਰੀ ਹੈ, ਮਸ਼ੀਨਰੀ ਨੇ ਸਮੇਂ ਸਮੇਂ 'ਤੇ ਖਰਾਬ ਵੀ ਹੋਣਾ ਹੈ। ਜਿਹਨੂੰ ਆਪਾਂ ਕਦੇ ਫਲਾਣਾ ਬਿਮਾਰ ਹੋ ਗਿਆ ਜੀ। ਦੂਜੀ ਮਸ਼ੀਨਰੀ ਲਈ ਮਕੈਨਿਕ ਹੁੰਦੇ ਨੇ, ਸਰੀਰ ਦੀ ਮਸ਼ੀਨਰੀ ਦੇ ਮਕੈਨਿਕ ਨੂੰ ਕਹਿੰਦੇ ਡਾਕਟਰ। ਇੱਕ ਸਮਾਂ ਹੁੰਦਾ ਮਸ਼ੀਨਰੀ ਬਿਲਕੁਲ ਪੁਰਾਣੀ ਹੋ ਜਾਂਦੀ ਹੈ ਅਤੇ ਆਪਾਂ ਕਬਾੜੀਆਂ ਕੋਲ ਉਸ ਨੂੰ ਵੇਚ ਦਿੰਦੇ ਹਾਂ। ਇਸੇ ਤਰ੍ਹਾਂ ਸਰੀਰ ਹੌਲੀ 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 ਇਹ ਕੰਡਮ ਹੋ ਜਾਂਦਾ ਅਤੇ ਫਿਰ ਇਹਨੂੰ ਮੜੀਆਂ ਦੇ ਹਵਾਲੇ ਕਰ, ਚੱਲ ਬਈ ਸੱਜਣਾ, ਸਾਡਾ ਤਾਂ ਉਹੀ ਕਬਾੜੀ ਹੈ। ਹਰ ਇੱਕ ਚੀਜ਼ ਨੇ ਸਮਾਂ ਪਾ ਕੇ ਕਮਜ਼ੋਰ ਹੋਣਾ ਹੈ, ਪਰ ਕੋਸ਼ਿਸ਼ ਕਰੋ ਵੀ ਜਿੰਨਾ ਸਮਾਂ ਵੀ ਹੈ ਇਹ ਚੱਲ ਸਕਦਾ ਠੀਕ ਤਰੀਕੇ ਨਾਲ, ਜਿੰਨਾ ਕੁ ਅਸੀਂ ਚਲਾ ਸਕਦੇ ਨੇ ਚਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਹੱਥੋਂ ਆਪਣੀ ਜ਼ਿੰਦਗੀ ਨੂੰ ਆਪ ਹੀ ਬਰਬਾਦ ਨਹੀਂ ਕਰ ਲੈਣਾ ਚਾਹੀਦਾ। ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ, ਫਿਰ ਅਫਸੋਸ ਹੁੰਦਾ ਹੈ।
ਆਪਣੇ ਹੱਥੋਂ ਆਪਣੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰੀਦਾ ਹੁੰਦਾ। ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਉਹਦੇ ਅੱਗੇ ਤਾਂ ਸਾਡੀ ਪੇਸ਼ ਨਹੀਂ ਕੋਈ ਜਾਣੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਜਿੱਦੇ ਮੌਤ ਆਈ ਹੈ ਮੌਤ ਤਾਂ ਉਦੋਂ ਹੀ ਆਉਣੀ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਸੜਕ ਦੇ ਵਿਚਾਲੇ ਤੁਰਨ ਲੱਗ ਜਾਈਏ ਵੀ ਆ ਫਿਰ ਤਾਂ ਮੌਤ ਨੂੰ ਵਾਜਾਂ ਮਾਰਨ ਵਾਲੀ ਗੱਲ ਹੈ ਵੀ ਲੈ ਛੇਤੀ ਆ ਜਾ ਤੂੰ। ਸਾਵਧਾਨ ਰਹਿਣਾ, ਠੀਕ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਕੀ ਫਿਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹਦੇ ਤਾਂ ਫਿਰ ਸਾਡਾ ਵੱਸ ਨਹੀਂ ਚੱਲਦਾ। ਆਪਣੇ ਆਪ ਆਪਣੀ ਜ਼ਿੰਦਗੀ ਨੂੰ ਨਹੀਂ ਬਰਬਾਦ ਕਰਨਾ ਚਾਹੀਦਾ ਹੈ। ਧਰਮ ਅਨੁਸਾਰ ਮਨੁੱਖਾ ਜੀਵਨ ਬੜਾ ਹੀ ਕੀਮਤੀ ਜੀਵਨ ਹੈ ਅਤੇ ਕੀਮਤੀ ਚੀਜ਼ ਨੂੰ ਹਮੇਸ਼ਾ ਸੰਭਾਲ ਕੇ ਰੱਖੀਦਾ ਹੁੰਦਾ ਹੈ। ਕੁਦਰਤੀ ਗੱਲ ਹੈ, ਜਿੰਨੀ ਵੀ ਕੀਮਤੀ ਚੀਜ਼ ਹੋਵੇਗੀ ਤੁਸੀਂ ਓਨੀ ਉਸ ਨੂੰ ਸੰਭਾਲ ਕੇ ਰੱਖੋਗੇ। ਇਸ ਲਈ ਇਹ ਜੀਵਨ ਵੀ ਕੀਮਤੀ ਹੈ, ਇਸ ਨੂੰ ਸੰਭਾਲ ਕੇ ਰੱਖੋ ਵੀ ਗੱਡੀ ਜਿਹੜੀ ਹੈ ਠੀਕ ਚੱਲਦੀ ਰਹੇ। ਕਿਉਂ ਮੈਂ ਦੇਖਿਆ ਜਿੰਨਾ ਚਿਰ ਤੁਹਾਡੇ ਸਰੀਰ ਚੱਲਦਾ ਨਾ ਉਨਾ ਚਿਰ ਹੀ ਤੁਹਾਡੀ ਕਦਰ ਹੈ। ਜਿੱਦੇ ਤੁਸੀਂ ਦੂਜਿਆਂ 'ਤੇ ਨਿਰਭਰ ਹੋ ਕੇ ਤੁਹਾਡੀ ਕਦਰ ਖਤਮ ਹੋ ਜਾਣੀ ਉਸ ਦਿਨ। ਜੇ ਦੂਜਿਆਂ 'ਤੇ ਡਿਪੈਂਡੈਂਟ ਹੋਣਾ ਨਾ ਇਹ ਸਮਝੋ ਤੁਹਾਡਾ ਨਰਕ ਸ਼ੁਰੂ ਹੋ ਗਿਆ ਹੈ। ਇਸ ਲਈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਨੀ ਕਿ ਸਾਡਾ ਸਰੀਰ ਵੱਧ ਤੋਂ ਵੱਧ ਸਮੇਂ ਤੱਕ ਚੱਲਦਾ ਫਿਰਦਾ ਰਹੇ, ਅਸੀਂ ਕਿਸੇ 'ਤੇ ਨਿਰਭਰ ਨਾ ਹੋਈਏ। ਬਿਮਾਰ ਬੰਦਾ ਆ ਜਾਂਦਾ ਹੈ, ਕਿੰਨਾ ਔਖਾ ਦੇ ਘਰ ਦੇ ਜੀਆਂ ਨੂੰ, ਕੋਈ ਹਸਪਤਾਲ ਲੈ ਕੇ ਜਾ ਰਿਹਾ, ਕੋਈ ਰੋਟੀ ਲੈ ਕੇ, ਕੋਈ ਕੁਛ ਕਰ ਰਿਹਾ, ਕੋਈ ਕਿੰਨੇ ਜੀਆਂ ਨੂੰ ਇੱਕ ਦੇ ਬਿਮਾਰ ਹੋਣ ਨਾਲ ਵਕਤ ਖੜ੍ਹਾ ਹੋ ਜਾਂਦਾ ਹੈ। ਸੋ ਤਾਂ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿਹੜਾ ਸਰੀਰ ਸਾਨੂੰ ਮਿਲਿਆ ਹੈ, ਠੀਕ ਹੈ ਸਮੇਂ 'ਤੇ ਜਾ ਕੇ ਸਭ ਕੁਛ ਹੋ ਜਾਣਾ ਹੁੰਦਾ, ਪਰ ਸਮੇਂ ਤੋਂ ਪਹਿਲਾਂ ਜੇ ਹੋ ਗਿਆ ਤਾਂ ਫਿਰ ਅਫਸੋਸ ਹੁੰਦਾ ਹੈ। ਕੋਸ਼ਿਸ਼ ਕਰਨੀ ਅਸੀਂ ਅੱਜ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਸਾਰਾ ਵਰਣਨ ਉਹਨਾਂ ਦਾ ਹੀ ਹੈ, ਉਹਨਾਂ ਦਾ ਹੀ ਹਾਲ ਦੱਸ ਰਹੇ ਨੇ ਵੀ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਜੀਵਨ ਰੂਪੀ ਰਾਤ ਦੁਖੀ ਬੀਤਦੀ ਹੈ। ਨਾਨਕ ਨਾਮ ਨਾ ਛੋੜੈ ਸਾਧਨ, ਨਾਮ ਸਹਿਜ ਸਮਾਨੀ। ਜਿਹੜੀ ਇਸਤਰੀ ਨਾਮ ਨੂੰ ਨਹੀਂ ਛੱਡਦੀ, ਨਾਮ ਜਪਦੀ ਰਹਿੰਦੀ ਹੈ, ਜਪਦੀ ਰਹਿੰਦੀ ਹੈ, ਜਪਦੀ ਨੇ ਨਾਮ ਸਹਿਜ ਸਮਾਨੀ ਹੈ। ਉਹ ਨਾਮ ਦੇ ਰਾਹੀਂ ਸਹਿਜ ਅਵਸਥਾ 'ਚ ਲੀਨ ਰਹਿੰਦੀ ਹੈ। ਸਹਿਜ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ, ਜਿੱਥੇ ਮਨ ਜਾ ਕੇ ਅਡੋਲ ਹੋ ਜਾਂਦਾ ਹੈ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਹ ਅੰਦਰੋਂ ਅਡੋਲ ਰਹਿੰਦਾ ਹੈ। ਸਹਿਜ ਅਵਸਥਾ ਕਹਿੰਦੇ ਨੇ, ਉੱਥੇ ਪਹੁੰਚ ਜਾਂਦਾ ਬੰਦਾ। ਨਾਮ ਨਹੀਂ ਛੱਡਣਾ, ਨਾਮ ਜਪਦੇ ਰਹਿਣਾ ਹੈ। ਮਿਲ ਸਖੀ ਸਹੇਲੜਿਓ ਹਮ ਪਿਰ ਰਾਵੇਹਾ। ਮਿਲ ਲੱਲੇ ਨੂੰ ਔਂਕੜਾ, ਮਿਲੋ ਜਿਹਨੂੰ ਆਪਾਂ ਕਹਿੰਦੇ ਹੇ ਸਖੀਓ, ਹੇ ਸਹੇਲੜਿਓ, ਆਓ ਮਿਲੋ ਹਮ ਆਪਾਂ ਪਿਰ ਰਾਵੇਹਾ। ਪਰਮਾਤਮਾ ਨੂੰ ਯਾਦ ਕਰੀਏ, ਪਰਮਾਤਮਾ ਦਾ ਨਾਮ ਜਪੀਏ। ਗੁਰ ਪੁੱਛ ਲਿਖੋਂਗੀ ਜੀਓ ਸ਼ਬਦ ਸੁਨੇਹਾ। ਗੁਰੂ ਨੂੰ ਪੁੱਛ ਕੇ ਮੈਂ ਨਾਮ ਦੇ ਰਾਹੀਂ, ਸ਼ਬਦ ਨਾਮ ਦੇ ਰਾਹੀਂ ਪਰਮਾਤਮਾ ਨੂੰ ਸੁਨੇਹਾ ਲਿਖਾਂਗੇ। ਉਹਦਾ ਨਾਮ ਜਪਣਾ ਹੀ ਉਹਨੂੰ ਸੁਨੇਹਾ ਦੇਣਾ ਵੀ ਅੱਜ ਮੈਨੂੰ ਮਿਲੋ ਜੀ, ਕਿਰਪਾ ਕਰੋ ਜੀ, ਮੈਂ ਨਾਮ ਜਪੀ ਜਾਓ, ਇਹੀ ਉਹਦੇ ਲਈ ਸੁਨੇਹਾ ਹੈ। ਸ਼ਬਦ ਸਾਚਾ ਗੁਰ ਦਿਖਾਇਆ, ਮਨ ਮੁਖੀ ਪਛਤਾਣੀਆਂ। ਜਿਹੜੇ ਮਨਮੁਖ ਹੁੰਦੇ ਨੇ ਉਹ ਤਾਂ ਪਛਤਾਉਂਦੇ ਹੀ ਰਹਿ ਜਾਂਦੇ ਨੇ ਕਿ ਉਹ ਨਾਮ ਜਪਦੇ ਨਹੀਂ, ਅਖੀਰ 'ਤੇ ਪਛਤਾਵਾ ਹੁੰਦਾ ਹੈ। ਸ਼ਬਦ ਸਾਚਾ ਗੁਰ ਦਿਖਾਇਆ, ਗੁਰੂ ਨੇ ਪਰਮਾਤਮਾ ਦਾ ਨਾਮ ਰਾਹੀਂ ਪਰਮਾਤਮਾ ਵਿਖਾ ਦਿੱਤਾ ਹੈ। ਸ਼ਬਦ ਪਰਮਾਤਮਾ ਦਾ ਨਾਮ, ਸਾਚਾ ਪਰਮਾਤਮਾ, ਗੁਰੂ ਨੇ ਪਰਮਾਤਮਾ ਦੇ ਨਾਮ ਰਾਹੀਂ ਪਰਮਾਤਮਾ ਵਿਖਾਤਾ। ਜਿਹੜੇ ਮਨਮੁਖ ਨੇ, ਜਿਹੜੇ ਨਾਮ ਨਹੀਂ ਜਪਦੇ, ਉਹ ਫਿਰ ਪਛਤਾਉਂਦੇ ਰਹਿੰਦੇ ਹਨ। ਨਿਕਸ ਜਾਤੋ ਰਹੇ ਅਸਥਿਰ, ਜਾਮ ਸੱਚ ਪਛਾਣਿਆ। ਜਾਮ ਮੈਨੇ ਜਦੋਂ ਪਰਮਾਤਮਾ ਦੀ ਪਹਿਚਾਣ ਹੋ ਗਈ, ਸੱਚ ਪਛਾਣਿਆ। ਜਦੋਂ ਪਰਮਾਤਮਾ ਦੀ ਪਹਿਚਾਣ ਹੋ ਗਈ ਨਾ, ਨਿਕਸ ਜਾਤੋ, ਇਹ ਜਿਹੜਾ ਮਨ ਬਾਹਰ ਭੱਜ ਜਾਂਦਾ ਸੀ, ਰਹੇ ਅਸਥਿਰ, ਹੁਣ ਟਿਕ ਗਿਆ ਹੈ।
ਜਿਹੜਾ ਨਿਕਲ ਜਾਂਦਾ ਸੀ, ਜਿਹੜਾ ਬਾਹਰ ਚਲਾ ਜਾਂਦਾ ਸੀ, ਮਨ ਬਾਹਰ ਭੱਜ ਜਾਂਦਾ ਸੀ, ਰਹਿ ਅਸਥਿਰ। ਹੁਣ ਟਿਕ ਗਿਆ ਹੈ। ਕਦੋਂ ਟਿਕਿਆ ਹੈ? ਜਦੋਂ ਪਰਮਾਤਮਾ ਨੂੰ ਪਹਿਚਾਣ ਲਿਆ, ਉਹਨੂੰ ਜਾਣ ਲਿਆ, ਫਿਰ ਮਨ ਟਿਕ ਜਾਂਦਾ ਹੈ। ਹੁਣ ਤਾਂ ਸਾਡਾ ਮਨ ਕਦੇ ਕਿਤੇ ਟਿਕਦਾ ਨਹੀਂ ਹੈ। ਮਨ ਦੇ ਨਾ ਟਿਕਣ ਕਰਕੇ ਹੀ ਅਸ਼ਾਂਤੀ ਹੈ। ਜੇ ਮਨ ਸ਼ਾਂਤ ਹੈ ਤੇ ਮੈਂ ਤੁਸੀਂ ਸ਼ਾਂਤ ਹੋ, ਮਨ ਅਸ਼ਾਂਤ ਹੈ ਤੇ ਮੈਂ ਤੁਸੀਂ ਵੀ ਅਸ਼ਾਂਤ ਹੋ। ਸੋ ਮਨ ਟਿਕਦਾ ਨਹੀਂ, ਮਨ ਅਸ਼ਾਂਤ ਹੈ, ਇਸ ਲਈ ਮਨੁੱਖ ਅਸ਼ਾਂਤ ਹੈ। ਸਾਚ ਕੀ ਮਤ ਸਦਾ ਨੌਤਨ, ਸ਼ਬਦ ਨੇਹ ਨਵੇਲੋ। ਇਹਨੂੰ ਨੇਹੋ ਨਹੀਂ ਪੜ੍ਹਨਾ, ਹਾਹੇ ਨੂੰ ਔਂਕੜ ਇਸ ਲਈ ਲਾਇਆ ਵੀ ਨੇਹ ਜਿਹੜਾ ਪਿਆਰ ਹੈ ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ, ਤਾਂ ਕਰਕੇ ਹਾਹੇ ਨੂੰ ਔਂਕੜ ਲਾਇਆ। ਨੇਹ ਸਾਚ ਕੀ ਮਤ ਸਦਾ ਨੌਤਨ, ਰੱਬੀ ਮਤ ਸਵਿਦ ਸਦਾ ਹੀ ਨਵੀਂ ਹੈ। ਸਾਚ ਕੀ ਮਤ, ਰੱਬੀ ਮਤ ਜਿਹੜੀ ਹੈ ਇਹ ਤਾਂ ਸਦਾ ਹੀ ਨਵੀਂ ਹੈ, ਇਹ ਪੁਰਾਣੀ ਨਹੀਂ ਹੁੰਦੀ। ਸ਼ਬਦ ਨੇਹ ਨਵੇਲੋ, ਸ਼ਬਦ ਰਾਹੀਂ ਜਿਹੜਾ ਪਰਮਾਤਮਾ ਨਾਲ ਪਿਆਰ ਪੈਂਦਾ ਉਹ ਸਦਾ ਨਵਾਂ ਹੀ ਹੈ। ਉਹ ਪਿਆਰ ਪੁਰਾਣਾ ਨਹੀਂ ਹੁੰਦਾ, ਉਹ ਸਦਾ ਹੀ ਨਵਾਂ ਹੈ। ਮੱਤ ਵੀ ਸਦਾ ਹੀ ਨਵੀਂ ਰਹਿੰਦੀ ਹੈ। ਸਾਡੀ ਮੱਤ ਤੇ ਪੁਰਾਣੀ ਹੋ ਗਈ ਤਾਂ ਹੀ ਨਹੀਂ ਨਾ ਕੰਮ ਕਰਦੀ। ਜੇ ਮੱਤ ਨਵੀਂ ਹੋਵੇ ਤਾਂ ਆਪੇ ਹੀ ਕੰਮ ਕਰਦੀ ਰਹੇਗੀ। ਇਹ ਤਾਂ ਬੁੱਢੀ ਹੋ ਗਈ ਹੈ, ਫਿਰ ਆਪੇ ਭੁੱਲਣਾ ਭੁਲਾਉਣਾ। ਨਾਨਕ ਨਦਰੀ ਸਹਿਜ ਸਾਚਾ, ਮਿਲੋ ਸਖੀ ਸਹੇਲੀਓ। ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ। ਨਦਰੀ ਦੇ ਦੋ ਅਰਥ ਨੇ, ਇੱਕ ਹੁੰਦਾ ਪਰਮਾਤਮਾ, ਇੱਕ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ। ਨਾਨਕ ਨਦਰੀ ਸਹਿਜ ਸਾਚਾ, ਪਰਮਾਤਮਾ ਸਾਚਾ ਉਹ ਤਾਂ ਗਿਆ ਹੀ ਗਿਆ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਸਹਿਜੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਮਿਲੋ ਸਖੀ ਸਹੇਲੀਓ, ਹੇ ਸਖੀਓ ਸਹੇਲੀਓ, ਤੁਸੀਂ ਵੀ ਪਰਮਾਤਮਾ ਨੂੰ ਮਿਲੋ। ਆਪਾਂ ਨਾਮ ਜਪਾਂਗੇ, ਸਮਾਂ ਪਾ ਕੇ ਕਦੇ ਨਾ ਕਦੇ ਗੁਰੂ ਦੀ ਪਰਮਾਤਮਾ ਦੀ ਕਿਰਪਾ ਹੋ ਜਾਏਗੀ। ਜਦੋਂ ਕਿਰਪਾ ਹੋ ਗਈ ਪਰਮਾਤਮਾ ਨੂੰ ਮੇਲ ਹੋ ਜਾਏਗਾ। ਧਰਮ ਅਨੁਸਾਰ ਮਨੁੱਖਾ ਜੀਵਨ ਦਾ ਉਦੇਸ਼ ਪਰਮਾਤਮਾ ਨੂੰ ਮਿਲਣਾ ਹੈ। ਧਰਮ ਅਨੁਸਾਰ ਸਾਡੇ ਜੀਵਨ ਦਾ ਉਦੇਸ਼ ਹੈ ਪਰਮਾਤਮਾ ਨੂੰ ਮਿਲਣਾ। ਸੰਸਾਰੀ ਬੰਦਾ ਜਿਹੜਾ ਹੈ ਉਹਦਾ ਉਦੇਸ਼ ਹੁੰਦਾ ਵੱਧ ਤੋਂ ਵੱਧ ਧਨ ਕਮਾਉਣਾ। ਉਹਦਾ ਉਦੇਸ਼ ਹੈ ਵੱਧ ਤੋਂ ਵੱਧ ਧਨ ਕਮਾਉਣਾ। ਅਤੇ ਜਿਹੜਾ ਧਾਰਮਿਕ ਬੰਦਾ ਹੈ ਉਹਦਾ ਵੱਧ ਤੋਂ ਵੱਧ ਨਾਮ ਜਪ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਉਦੇਸ਼ ਹੁੰਦਾ ਹੈ। ਅਤੇ ਸਿੱਖ ਨੂੰ ਕਿਹਾ ਤੂੰ ਨਾਮ ਜਪ, ਪਰ ਤੂੰ ਧਨ ਵੀ ਕਮਾ, ਦੋਨੋਂ ਕੰਮ ਕਰਨੇ। ਤੂੰ ਨਾਮ ਜਪੋ, ਕਿਰਤ ਕਰੋ। ਕਿਰਤ ਇਸੇ ਲਈ ਕਿਹਾ ਵੀ ਤੁਹਾਡੇ ਕੋਲ ਪੈਸਾ ਹੋਏਗਾ। ਸਿੱਖ ਕੋਲ ਦੋਨੋਂ ਚੀਜ਼ਾਂ ਚਾਹੀਦੀਆਂ, ਨਾਮ ਧਨ ਵੀ ਚਾਹੀਦਾ, ਸੰਸਾਰਕ ਧਨ ਵੀ ਚਾਹੀਦਾ। ਗੁਰੂ ਨਾਨਕ ਫਿਲਾਸਫੀ ਬੜੀ ਤਗੜੀ ਹੈ ਕਿ ਹੇ ਸਿੱਖਾ ਤੇਰੇ ਕੋਲ ਨਾਮ ਧਨ ਵੀ ਚਾਹੀਦਾ, ਤੂੰ ਨਾਮ ਜਪਿਆ ਕਰ। ਤੇਰੇ ਕੋਲ ਸੰਸਾਰੀ ਧਨ ਵੀ ਚਾਹੀਦਾ, ਤੂੰ ਕਿਰਤ ਕਰਿਆ ਕਰ। ਵਿਹਲਾ ਨਹੀਂ ਬਹਿਣਾ, ਮੰਗਤਾ ਨਹੀਂ ਮਿਲਣਾ। ਸਿੱਖ ਕੌਮ ਮੰਗਤਿਆਂ ਦੀ ਕੌਮ ਨਹੀਂ ਹੈ। ਕਈ ਭਾਵੇਂ ਸਿੱਖੀ ਸਰੋਜ ਮੰਗਤੇ ਫਿਰਦੇ ਹਨ। ਮੈਨੂੰ ਬੜਾ ਅਫਸੋਸ ਹੁੰਦਾ ਵੀ ਇਹ ਸਿੱਖ ਹੈ ਅਤੇ ਮੰਗਤਾ ਹੈ। ਸਿੱਖ ਕੀ ਅਤੇ ਮੰਗਤਾ ਕੀ? ਮੰਗਤਾ ਇਸ ਲਈ ਕਿ ਕਿਰਤ ਨਹੀਂ ਕਰਦਾ ਹੈ, ਵੀ ਚਲੋ ਉਂਝ ਹੀ ਖਾ ਪੀ ਲਓ ਮੰਗ ਕੇ। ਸਾਨੂੰ ਕਿਰਤ ਕਰਨ ਦਾ ਹੁਕਮ ਹੈ, ਕਿਰਤ ਕਰੋ। ਅੱਗੇ ਹੋਰ ਵੀ ਹੁਕਮ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਫਿਰ ਦੂਜਿਆਂ ਦੀ ਸੇਵਾ ਵੀ ਕਰਨੀ ਹੈ। ਇਹੀ ਗੱਲ ਹੈ ਵੰਡ ਛਕੋ ਵਾਲੀ, ਕਿ ਸੰਸਾਰ 'ਚ ਕਿਤੇ ਵੀ ਕੋਈ ਵਿਪਤਾ ਆ ਜਾਏ, ਕਿਤੇ ਹੜ੍ਹ ਆ ਜਾਣ, ਕਿਤੇ ਭੁਚਾਲ ਆ ਜਾਣ, ਕਿਤੇ ਕੋਈ ਬਿਮਾਰੀ ਫੈਲ ਗਈ ਹੈ, ਕਿਸੇ ਚੀਜ਼ ਦੀ ਕਮੀ ਹੈ, ਸਿੱਖ ਜਿੱਥੇ ਵੀ ਹਨ ਉੱਥੇ ਹੀ ਉਹਨਾਂ ਚੀਜ਼ ਦਾ ਲੰਗਰ ਲਾਉਂਦੇ ਨੇ। ਦੇਖੋ ਗੁਰੂ ਨਾਨਕ ਦੀ ਕਿੰਨੀ ਕਿਰਪਾ ਹੈ ਕੌਮ 'ਤੇ, ਕਿੰਨੀ ਕਿਰਪਾ ਹੈ। ਇਸ ਗੱਲੋਂ ਸਿੱਖਾਂ ਨੂੰ ਸਾਰੇ ਸੰਸਾਰ ਦੇ ਲੋਕ ਜਾਣਨ ਲੱਗ ਪਏ ਹਨ। ਅਮਰੀਕਾ ਇਹਨੇ ਤਾਂ ਸਿੱਖਾਂ ਨੂੰ ਨਾ ਮੁਸਲਮਾਨ ਹੀ ਸਮਝਿਆ ਕਰਦੇ ਸਨ।
ਇਸ ਲਈ ਕਈ ਵਾਰੀ ਕੁੱਟ ਮਾਰ ਦਿਆ ਕਦੇ ਵੀ ਇਹ ਮੁਸਲਮਾਨ ਹੈ। ਜਦੋਂ ਫਿਰ ਉੱਥੇ ਬਿਪਤਾ ਪਈ, ਸਿੱਖਾਂ ਨੇ ਤਾਂ ਥਾਂ ਥਾਂ ਅਮਰੀਕਾ 'ਚ ਲੰਗਰ ਲਾ ਤੇ, ਤਾਂ ਜਿਹੜਾ ਪਹਿਲਾ ਟਰੰਪ ਸੀ ਮੇਰਾ ਪ੍ਰਧਾਨ, ਹਾਂ, ਉਹਨੂੰ ਕਹਿਣਾ ਪਿਆ। ਉਹ ਕਹਿੰਦਾ ਮੇਰੀ ਇੱਛਾ ਹੈ ਕਿ ਸਾਰੇ ਸੰਸਾਰ 'ਚ ਹਰ ਸ਼ਹਿਰ 'ਚ ਗੁਰਦੁਆਰਾ ਹੋਣਾ ਚਾਹੀਦਾ, ਤਾਂ ਜੋ ਜਿਹੜੇ ਸਿੱਖ ਨੇ ਇਹ ਕਿੰਨੀ ਸੇਵਾ ਲੋੜਵੰਦਾਂ ਦੀ ਕਰਦੇ ਹਨ। 2 ਕਰੋੜ ਦੀ ਕੁੱਲ ਕੌਮ ਹੈ, ਅਤੇ ਅਗਲੇ ਸਾਰੇ ਸੰਸਾਰ ਡੰਕੇ ਵਜਾਤੇ ਆਪਣੇ ਇਸ ਗੱਲ ਦੇ, ਵੀ ਕਮਾਲ ਹੈ, ਇਹ ਇੰਨੇ ਅਮੀਰ ਨੇ, ਇੰਨੇ ਅਮੀਰ ਨੇ। ਪਾਕਿਸਤਾਨ ਚਲੇ ਜਾਓ, ਉੱਥੇ ਸਿੰਧ ਦਾ ਸੂਬਾ ਹੈ, ਜਿਵੇਂ ਕਿ ਗੁਜਰਾਤ ਉੱਤੇ ਸੂਬਾ ਹੈ, ਸਿੰਧ ਸੂਬਾ ਹੈ। ਉੱਥੋਂ ਦੇ ਸਿੰਧੀ ਜਿਹੜੇ ਨੇ ਉਹ ਸਿੱਖ ਨੇ, ਭਾਵੇਂ ਕਈ ਮੁੰਝ ਮੋਨੇ ਨੇ, ਪਰ ਗੁਰੂ ਨਾਨਕ ਦੇ ਸਿੱਖ ਨੇ। ਇੰਨੇ ਡਰਾਈ ਫਰੂਟ ਵੰਡਦੇ ਨੇ ਸੰਗਤ ਦੇ ਵਿੱਚ, ਬੁੱਕ ਭਰ ਕੇ ਵੰਡੀ ਜਾਂਦੇ ਨੇ, ਇੰਨੀ ਸੇਵਾ ਕਰਦੇ ਨੇ, ਅਤੀ ਸੁੰਦਰ ਨੇ ਉਹ। ਉਹਨਾਂ ਦਰਸ਼ਨ ਕਰਨ ਨੂੰ ਜੀ ਕਰਦਾ, ਵੇਖੀ ਜਾਏ, ਇੰਨੇ ਸੋਹਣੇ ਨੇ। ਸਾਰੇ ਕੀਰਤਨੀਏ ਨੇ, ਕੀਰਤਨੀਏ ਨੇ, ਸਾਰੇ ਸੋਹਣੇ ਨੇ, ਅਮੀਰ ਨੇ। ਇਹ ਕਿਸੇ 'ਚ ਗੁਣ ਹੁੰਦਾ ਵੀ, ਅਮੀਰ ਵੀ ਹੋਵੇ, ਸੋਹਣਾ ਵੀ ਹੋਵੇ, ਅਤੇ ਕੀਰਤਨੀਆ ਵੀ ਹੋਵੇ। ਬਹੁਤ ਜਿਹੜੇ ਉੱਥੇ ਮੁਸਲਮਾਨ ਸਨ, ਚਾਹੇ ਪੁਲਿਸ ਵਾਲੇ, ਬੜਾ ਉਹਨਾਂ ਨੇ ਸੰਗਤ ਨਾਲ ਬੜਾ ਹੀ ਪਿਆਰਾ ਵਿਹਾਰ ਕੀਤਾ। ਜਿਹੜੇ ਉੱਥੇ ਗਿਆ ਕਹਿੰਦੇ ਵੀ ਐਸੀਆਂ ਸੜਕਾਂ ਨੇ ਪਾਕਿਸਤਾਨ ਦੇ ਵੀ ਪਤਾ ਹੀ ਨਹੀਂ ਲੱਗਦਾ ਸੀ ਬੱਸ 'ਚ ਬੈਠੇ ਕਿ ਹਵਾਈ ਜਹਾਜ਼ 'ਚ ਬੈਠੇ। ਮਜਾਲ ਹੈ, ਝੋਲਾ ਜੇ ਕੋਈ, ਚੌੜੀਆਂ ਚੌੜੀਆਂ ਚਾਈਨਾ ਦੀਆਂ ਬਣਾਈਆਂ ਹੋਈਆਂ ਸੜਕਾਂ, ਇਹ ਕਲਾਸ ਸੜਕਾਂ ਨੇ। ਹਾਂ, ਬੜੀ ਉਹਨਾਂ ਸਾਡੀ ਕਹਿੰਦੇ ਸਿਕਿਉਰਿਟੀ ਰੱਖੀ, ਹਰ ਪ੍ਰਕਾਰ ਦੇ ਦੁੱਖ ਸੁੱਖ 'ਚ ਸਾਡੇ ਸਾਂਝੀਵਾਲ ਹੁੰਦੇ ਸਨ। ਬੜਾ ਹੀ ਰੱਜ ਕੇ ਪਿਆਰ ਕੀਤਾ ਕਿ ਸੰਗਤ ਨੂੰ। ਇੱਥੇ ਆ ਕੇ ਇਸ ਲਈ ਨਹੀਂ ਕਹਿੰਦੇ ਕਿ ਇਹਨਾਂ ਲੋਕਾਂ ਨੇ ਦੁਆਲੇ ਹੋ ਜਾਣਾ। ਹਾਂਜੀ, ਅੱਛਾ, ਇਹ ਪਾਕਿਸਤਾਨ ਦੀ ਵਡਿਆਈ ਕਦੇ ਫੜ ਕੇ ਅੰਦਰ ਕਰੋ, ਦੇਸ਼ ਧਰੋਹੀ ਹੈ, ਕਿਹੜਾ ਇੱਕ ਪੰਗਾ ਹੈ। ਨਹੀਂ ਤਾਂ ਅਖਬਾਰਾਂ 'ਚ ਉੱਧਰ ਜਿਹੜੇ ਗਏ ਨੇ ਇਸ ਲਈ ਨਹੀਂ ਇੱਧਰ ਆ ਕੇ ਛਪਾਉਂਦੇ ਵੀ ਇਹ ਪਾਕਿਸਤਾਨ ਦੇ ਲੋਕਾਂ ਦੀ ਵਡਿਆਈ ਕਦੇ ਫੜ ਕੇ ਇਹਨਾਂ ਨੂੰ ਅੰਦਰ ਕਰੋ। ਪਰ ਜੋ ਹੈ ਉਹ ਹੈ ਹੀ ਹੈ। ਸੋ ਮੈਂ ਦੱਸ ਰਿਹਾ ਸੀ ਵੀ ਗੁਰੂ ਨਾਨਕ ਦੇਵ ਨੇ 3 ਜਿਹੜੇ ਬੜੇ ਵੱਡੇ ਗੁਣ ਸਿੱਖ ਕੌਮ ਨੂੰ ਦਿੱਤੇ ਨੇ। ਹਾਂ, ਅਸੀਂ ਉਹਨਾਂ ਤੋਂ ਦੂਰ ਜਾ ਰਹੇ ਹਾਂ, ਇਸ ਲਈ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ। ਨਹੀਂ ਤਾਂ ਗੁਰੂ ਨਾਨਕ ਦਾ ਸਿੱਖ ਕੀ ਅਤੇ ਗਰੀਬ ਕੀ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਗੁਰੂ ਨਾਨਕ ਦਾ ਸਿੱਖ ਹੋਵੇ ਅਤੇ ਗਰੀਬ ਹੋਵੇ। ਮੈਂ ਤਾਂ ਇਸ ਗੱਲ ਨੂੰ ਮੰਨਦਾ ਹੀ ਨਹੀਂ, ਮੈਂ ਅੱਜ ਵੀ ਨਹੀਂ ਮੰਨਦਾ ਵੀ ਸਿੱਖ ਹੋਵੇ ਅਤੇ ਗਰੀਬ ਹੋਵੇ, ਇਹ ਨਹੀਂ ਹੋ ਸਕਦਾ। ਜੇ ਗੁਰੂ ਨਾਨਕ ਦਾ ਸਿੱਖ ਗਰੀਬ ਹੁੰਦਾ ਤਾਂ ਗੁਰੂ ਨਾਨਕ ਦੇ ਇਹ ਕਹਿਣ ਦੀ ਕੀ ਲੋੜ ਸੀ ਤੁਸੀਂ ਦਸਵੰਧ ਭੇਜਿਆ ਕਰੋ। ਮੰਨ ਲਓ ਮੇਰੇ ਕੋਲ ਆਪ ਹੀ ਖਾਣ ਨੂੰ ਰੋਟੀ ਨੇ, ਮੈਂ ਕਿਸੇ ਨੂੰ ਕੀ ਦਿਆਂਗਾ? ਪਰ ਨਹੀਂ, ਉਹਨਾਂ ਨੇ ਸੀ ਮੇਰਾ ਸਿੱਖ ਅਮੀਰ ਹੋਏਗਾ, ਇਹ ਤਾਂ ਦਸਵੰਧ ਦੇਵੇਗਾ। ਉਹਨੇ ਕਿਹਾ ਦਸਵੰਧ ਦਿਓ, ਇਹ ਨਹੀਂ ਕਿ ਅਮੀਰ ਦਿਓ ਨਾ। ਸਾਰੇ ਸਿੱਖਾਂ ਨੂੰ ਹੁਕਮ ਹੈ ਆਪਣੀ ਕਮਾਈ ਦੇ ਦਸਵੰਧ ਜਿਹੜੇ ਗੁਰੂ ਘਰ ਭੇਜੋ। ਅਸੀਂ ਭੇਜੀਏ ਨਾ ਭੇਜੀਏ, ਦਸਮ ਪਾਤਸ਼ਾਹ ਦੇ ਸਾਫ਼ ਹੀ ਸਿੱਖਾਂ ਨੂੰ ਕਹਿਤਾ ਸੀ ਕਿ ਜਾਂ ਦਸਵੰਧ ਬਾਬੇ ਨੂੰ ਦੇ ਦਿਓ, ਗੁਰੂ ਨੂੰ ਕਹਿੰਦੇ ਬਾਬੇ ਕੇ, ਜਾਂ ਦਸਵੰਧ ਬਾਬੇ ਕੇ ਨੂੰ ਦੇ ਦਿਓ, ਨਹੀਂ ਤਾਂ ਫਿਰ ਬਾਬਰ ਕੇ ਲੈ ਜਾਣਗੇ। ਤੁਸੀਂ ਪੁੱਛੋ ਬਾਬਰ ਕੇ ਤਾਂ ਹੁਣ ਰਹੇ ਹੀ ਨਹੀਂ, ਬਾਬਰ ਕੇ ਕਿਹੜੇ ਹੋਏ? ਆਹ ਵਕੀਲ ਇਹ ਵੀ ਬਾਬਰ ਕੇ, ਇਹ ਡਾਕਟਰ ਇਹ ਵੀ ਬਾਬਰ ਕੇ, ਆਹ ਚੋਰ, ਆਹ ਡਾਕੂ, ਇਸ ਜਿਹੜੇ ਵੀ ਸਾਡੇ ਧਨ ਦਾ ਨੁਕਸਾਨ ਸਭ ਬਾਬਰ ਕੇ ਨੇ। ਕਿ ਨਾ ਦਿਓ, ਬਾਬਰ ਕੇ ਲੈ ਜਾਣਗੇ। ਜਾਂ ਬਾਬੇ ਕਿਆਂ ਨੂੰ ਦੇ ਦਿਓ, ਨਹੀਂ ਤਾਂ ਬਾਬਰ ਕੇ ਨੇ ਲੈ ਜਾਣ। ਅਤੇ ਦੇਖੋ ਕਿੰਨੇ ਲੋਕ ਵਕਤਨ ਫੜੇ, ਹਸਪਤਾਲ ਭਰੇ ਹੋਏ ਨੇ, ਬਾਬਰ ਕੇ ਗਏ ਨੇ ਉਹਨਾਂ ਕੋਲ, ਆਪ ਜਾ ਕੇ ਦਿੰਦੇ ਨੇ, ਬਾਬਰ ਕੇ ਮੰਗਦੇ ਵੀ ਨਹੀਂ ਹੈਗੇ, ਆਪ ਜਾ ਕੇ ਦਿੰਦੇ ਨੇ, ਵਕੀਲਾਂ ਨੂੰ ਆਪ ਦਿੰਦੇ ਨੇ। ਇਸ ਲਈ कहते हे सिखा तेरे 10वें पातशाह साफ ही कहता बई ਜਾਂ ਦਸਵੰਧ ਬਾਬੇ ਕਿਆਂ ਨੂੰ ਦੇ ਦਿਓ, ਨਹੀਂ ਤੇ ਬਾਬਰ ਕੇ ਲੈ ਜਾਣਗੇ। ਹਾਂਜੀ, ਕਈ ਆਦੇ ਨੇ ਬਾਬਾ ਜੀ ਕਮਾਈ ਬਰਕਤ ਨਹੀਂ ਦੇ। ਮੈਂ ਕਦੇ ਪੁੰਨਦਾਨ ਕੀਤਾ? ਪੁੰਨਦਾਨ ਤੁਸੀਂ ਕਰਦੇ, ਬਰਕਤ ਕਾਹਦੀ ਹੋਵੇਗੀ ਤੁਹਾਡੇ?
ਪੁੰਨਦਾਨ ਕਰੋ ਵਿੱਚੋਂ, ਚਾਹੇ ਦਸਵੰਧ ਨਹੀਂ, 1% 2% ਜਿੰਨਾ ਕਰ ਸਕਦੇ ਹੋ ਕੁਛ ਕਰੋ, ਪੁੰਨਦਾਨ ਕਰੋ, ਤਾਂ ਹੀ ਫਿਰ ਬਰਕਤ ਪਏਗੀ। ਆਪਾਂ ਜੋ ਕਿਸੇ ਨੂੰ ਦੇਵਾਂਗੇ ਨਾ ਉਹੀ ਮਿਲਦਾ। ਭਾਈ ਗੁਰਦਾਸ ਕਹਿੰਦੇ ਬਿਨਾਂ ਦਿੱਤੇ ਨਹੀਂ ਮਿਲਦਾ ਕੁਛ, ਪਹਿਲਾਂ ਦਿਓ ਫਿਰ ਲਓ, ਪਹਿਲਾਂ ਗੁਰੂ ਦੀ ਸੇਵਾ ਕਰੋ ਫਿਰ ਗੁਰੂ ਤੋਂ ਮੰਗੋ। ਅਸੀਂ ਗੁਰੂ ਦੀ ਸੇਵਾ ਨਹੀਂ ਕਰਦੇ, ਗੁਰੂ ਤੋਂ ਮੰਗਣ 'ਤੇ ਲੱਗੇ ਰਹਿੰਦੇ ਹਾਂ। ਪੁਰਾਤਨ ਸਿੱਖ ਮਹੀਨਾ 2 ਮਹੀਨੇ ਜਾ ਕੇ ਗੁਰੂ ਘਰ 'ਚ ਸੇਵਾ ਕਰਿਆ ਕਰਦੇ ਸਨ। ਫਿਰ ਗੁਰੂ ਮਹਾਰਾਜ ਤੋਂ ਅੱਗੇ ਲੈ, ਹੁਣ ਸਾਨੂੰ ਵਾਪਸ ਜਾਣ ਦੀ ਆਗਿਆ ਬਖਸ਼ੋ ਜੀ। ਫਿਰ ਉਹ ਕਹਿੰਦੇ ਸੀ ਭਾਈ ਕਿਸੇ ਨੂੰ ਕੋਈ ਪੁੱਛਣਾ, ਕਿਸੇ ਨੂੰ ਕੋਈ ਸਮੱਸਿਆ ਦੱਸੋ। ਫਿਰ ਸਿੱਖ ਦੱਸਦੇ ਸਨ। ਅਸੀਂ ਜਾਂਦੇ ਬਸ ਮੱਥਾ ਵੀ ਨਹੀਂ ਟੇਕਦੇ। ਸਾਨੂੰ ਤਾਂ ਇੰਨੀ ਵੀ ਅਕਲ ਨਹੀਂ ਰਹੀ ਕਿ ਗੁਰੂ ਨੂੰ ਜਾ ਕੇ ਪਹਿਲਾਂ ਮੱਥਾ ਟੇਕੀਏ, ਅਸੀਂ ਪਹਿਲੇ ਮੰਗਣਾ ਸ਼ੁਰੂ ਕਰ ਦਿੰਦੇ। ਦੱਸ, ਦੇਖੋ ਇੰਨੀ ਵੀ ਸਾਨੂੰ ਅਕਲ ਨਹੀਂ ਕਿ ਅਸੀਂ ਪਹਿਲਾਂ ਜਾ ਕੇ ਗੁਰੂ ਮਹਾਰਾਜ ਮੱਥਾ ਟੇਕੀ ਉਸ ਤੋਂ ਬਾਅਦ ਮੰਗੀਏ। ਨਾ, ਖੜ੍ਹੇ ਮੰਗਣਾ ਸ਼ੁਰੂ ਕਰ ਦਿੰਦੇ। ਗੁਰੂ ਹੈ ਚੰਗਾ ਮੇਰਾ ਸਿੱਖ ਹੈ ਯਾਰ, ਵੀ ਇਹਨੇ ਕੋਈ ਫਤਿਹ ਨਹੀਂ ਬੁਲਾਈ, ਆ ਕੇ ਕੋਈ ਮੱਥਾ ਨਹੀਂ ਟੇਕਿਆ, ਆ ਕੇ ਮੰਗਣਾ ਸ਼ੁਰੂ ਕਰ ਦਿੱਤਾ। ਸਾਨੂੰ ਤਾਂ ਇੰਨਾ ਵੀ ਨਹੀਂ ਗਿਆਨ ਵੀ ਪਹਿਲਾਂ ਜਾ ਕੇ ਮੱਥਾ ਟੇਕੀਦਾ। 99% ਲੋਕ ਪਹਿਲਾਂ ਜਾ ਕੇ ਮੰਗਣਾ ਸ਼ੁਰੂ ਕਰਦੇ, ਮੱਥੇ ਨਹੀਂ ਟੇਕਦੇ ਹੈਗੇ। ਨਾ ਉਹਨਾਂ ਨੂੰ ਕੋਈ ਦੱਸਦਾ ਕਿ ਭਾਈ ਪਹਿਲਾਂ ਦੇਖੋ, ਮੰਨ ਲਓ ਮੈਂ DC ਨੂੰ ਮਿਲਣ ਚੱਲਿਆ ਹਾਂ, ਤਾਂ ਪਹਿਲਾਂ ਹੁਣ ਫਿਰ ਸਤਿ ਸ਼੍ਰੀ ਅਕਾਲ ਬੁਲਾਵਾਂਗਾ, ਨਮਸਤੇ ਜੋ ਵੀ ਪਹਿਲਾਂ ਬੁਲਾ, ਫਿਰ ਹੀ ਆਪਣੀ ਗੱਲ ਕਰਾਂਗਾ ਉਹਨਾਂ ਨਾਲ ਵੀ ਹਾਂਜੀ ਮੈਨੂੰ ਆਹ ਚਾਹੀਦਾ ਹੈਗਾ। ਜਾਂਦੇ ਮੈਂ ਕਹਿੰਦਾ ਹਾਂਜੀ ਮੈਨੂੰ ਆ ਦਿਓ ਜੀ, ਮੇਰਾ ਕੰਮ ਕਰੋ ਜੀ। ਉਹ ਕਹੇ ਕੋਈ ਨਹੀਂ ਕਰਦੇ, ਤੇਰਾ ਕੰਮ ਤੇ ਅਕਲ ਕੋਈ ਨਹੀਂ ਹੈਗੀ। ਹੁਣ ਮੰਨ ਲਓ ਮੈਂ ਗਿਆ, ਮੈਂ ਆਪਣੇ ਕੋਟ ਦੀ ਜੇਬ 'ਚ ਦੋਨੋਂ ਹੱਥ ਪਾ ਰੱਖੇ ਅਤੇ ਫਿਰ ਉੱਥੋਂ ਮੰਗ ਰਿਹਾ ਕਿ ਗੈਟ ਆਊਟ। ਤੈਨੂੰ ਤਾਂ ਅਕਲ ਹੀ ਕੋਈ ਨਹੀਂ ਵੀ ਖਲੋਈ ਦਾ ਕਿਵੇਂ ਹੁੰਦਾ ਹੈ। ਕਈ ਸਕਦੇ ਬੜੇ ਕਈ ਅਫਸਰ ਸਕਦੇ ਗੈਟ ਆਊਟ, ਪਹਿਲਾਂ ਅਕਲ ਸਿੱਖ ਕੇ ਆਓ ਕਿ ਅਫਸਰ ਦੇ ਸਾਹਮਣੇ ਕਿਵੇਂ ਖਲੋਈ ਦਾ, ਗੱਲ ਕਿਵੇਂ ਕਰੀਦੀ ਹੁੰਦੀ ਹੈ। ਸੋ ਮਰਿਆਦਾ ਹੁੰਦੀ ਹੈ। ਆਪ ਜੀ ਨੂੰ ਬੇਨਤੀ ਹੈ, ਸਗੋਂ ਦੂਜਿਆਂ ਨੂੰ ਵੀ ਦੱਸੋ ਕਿ ਭਾਈ ਗੁਰੂ ਮਹਾਰਾਜ ਸਾਡੇ ਵੱਡੇ ਨੇ, ਪਹਿਲਾਂ ਵੱਡਿਆਂ ਨੂੰ ਜਾ ਕੇ ਮੱਥਾ ਟੇਕੋ, ਫਿਰ ਬੜੀ ਖੁਸ਼ੀ ਨਾਲ ਮੰਗੋ। ਸਿੱਖ ਨੇ ਗੁਰੂ ਤੋਂ ਹੀ ਮੰਗਣਾ, ਸਿੱਖ ਨੇ ਹੋਰ ਕਿਸ ਤੋਂ ਮੰਗਣਾ। ਜੇ ਦੂਜੇ ਤੋਂ ਮੰਗਦਾ ਫਿਰ ਮੰਗਤਾ ਹੈ, ਗੁਰੂ ਤੋਂ ਬਿਨਾਂ ਕਿਸੇ ਹੋਰ ਤੋਂ ਮੰਗਦਾ ਫਿਰ ਮੰਗਤਾ ਹੈ। ਅਤੇ ਸਿੱਖ ਨੂੰ ਤਾਂ ਮੰਗਤਾ ਬਣਾਇਆ ਹੀ ਨਹੀਂ ਹੈਗਾ ਗੁਰੂ ਨਾਨਕ ਨੇ। ਪੁਰਾਤਨ ਸਿੱਖ ਕਿਸੇ ਸਿੱਖ ਤੋਂ ਨਹੀਂ ਸਨ ਮੰਗਦੇ ਹੁੰਦੇ, ਗੁਰੂ ਤੋਂ ਮੰਗਦੇ ਸਨ। ਕਿਸੇ ਤੋਂ ਤੁਸੀਂ ਮੰਗੋਗੇ ਤੁਹਾਨੂੰ ਦੇਵੇਗਾ, ਨਾਲ ਅਹਿਸਾਨ ਵਿਖਾਏਗਾ, ਮੈਂ ਤੈਨੂੰ ਆਹ ਚੀਜ਼ ਦਿੱਤੀ। ਅਹਿਸਾਨ ਕਰੇਗਾ ਤੁਹਾਡੇ 'ਤੇ, ਮੈਂ ਤੈਨੂੰ ਆਹ ਚੀਜ਼ ਦਿੱਤੀ। ਗੁਰੂ ਨੇ ਥੋੜ੍ਹੇ ਅਹਿਸਾਨ ਕਰਨਾ, ਮੰਗਣਾ ਗੁਰੂ ਤੋਂ ਮੰਗੋ। ਬਿਧ ਉਹ ਆਪੇ ਬਣਾਏਗਾ। ਗੁਰੂ ਮਹਾਰਾਜ ਨੇ ਸਾਧਨ ਆਪੇ ਬਣਾਉਣਾ, ਕਿਸੇ ਰਾਹੀਂ ਸਹਾਇਤਾ ਕਰੇਗਾ। ਉਹ ਉਹਨੇ ਸਿੱਧਾ ਤੇ ਉੱਤੋਂ ਸੁੱਟਣਾ ਕੁਛ ਨਹੀਂ ਹੈ। ਪਰਮਾਤਮਾ ਸਿੱਧਾ ਉੱਤੋਂ ਕੁਛ ਨਹੀਂ ਸੁੱਟਣਾ, ਉਹ ਸਾਧਨ ਬਣਾਉਂਦਾ ਹੈ। ਉਹ ਆਪੇ ਹੀ ਆ ਕੇ ਤੁਹਾਡੀ ਮਦਦ ਕਰ ਜਾਂਦਾ ਬੰਦਾ। ਸੋ ਗੁਰੂ ਤੋਂ ਮੰਗਣਾ ਹੈ। ਅਤੇ ਆਪ ਜੀ ਨੂੰ ਅੱਗੇ ਤੋਂ ਬੇਨਤੀ ਹੈ, ਇਹ ਨਾ ਆਦਤ ਬੜੀ ਦੇਰ ਨਾਲ ਪੈਣੀ ਹੈ, ਕਿਉਂਕਿ ਤੁਹਾਨੂੰ ਇੰਨੀ ਪੁਰਾਣੀ ਆਦਤ ਪੈ ਗਈ ਪਹਿਲੇ ਹੀ ਮੰਗਣ ਦੀ। ਇਹ ਬੜੀ ਦੇਰ ਬਾਅਦ ਆਦਤ ਪੈਣੀ ਕਿ ਪਹਿਲਾਂ ਮੱਥਾ ਟੇਕੋ ਫਿਰ ਮੰਗੋ। ਇੱਕ ਕਿਸੇ ਦਿਨ ਤੁਹਾਨੂੰ ਯਾਦ ਆਉਣਾ, ਬਾਕੀ ਭੁੱਲ ਭੁਲਾ ਜਾਣਾ। ਮੈਂ ਇਹ ਗੱਲ ਕਈ ਵਾਰੀ ਕਹਿ ਲਈ ਸੰਗਤ ਨੂੰ, ਪਰ ਮੈਂ ਦੇਖਦਾ ਸੰਡੇ ਨੂੰ ਆਗ ਮੰਗ ਰਹੇ ਹੁੰਦੇ ਨੇ। ਮੈਨੂੰ ਮੇਰੀ ਗੱਲ ਹੀ ਭੁੱਲ ਗਈ ਹੈ, ਇਹਨੂੰ ਮੇਰੀ ਗੱਲ ਹੀ ਭੁੱਲ ਗਈ ਹੈ। ਪਹਿਲਾਂ ਗੁਰੂ ਨੂੰ ਆ ਕੇ ਮੱਥਾ ਟੇਕੀਦਾ, ਫਿਰ ਮੰਗੀਦਾ ਜੋ ਮੰਗੀਦਾ। ਅੱਗੇ ਤੋਂ ਖਿਆਲ ਰੱਖਣਾ, ਤੁਸੀਂ ਵੀ ਸਾਵਧਾਨ ਰਹਿਣਾ, ਅਤੇ ਹੋਰ ਵੀ ਜਿਹੜੇ ਤੁਹਾਡੇ ਜਾਂ ਉਹਨੂੰ ਵੀ ਯਾਦ ਕਰਾ ਦਿਆ ਕਰਨਾ ਕਿ ਭਾਈ ਗੁਰੂ ਮਹਾਰਾਜ ਆਪਣੇ ਤੋਂ ਵੱਡੇ ਨੇ, ਆਪਾਂ ਪਹਿਲਾਂ ਉਹਨੂੰ ਮੱਥਾ ਟੇਕਣਾ, ਫਿਰ ਉਹਨਾਂ ਤੋਂ ਮੰਗਣਾ। ਅੱਗੇ ਕਹਿੰਦੇ ਮੇਰੀ ਇੱਛ ਪੁੰਨੀ ਜੀਓ ਹਮ ਕਰ ਸਾਜਨ ਆਇਆ। ਜਦੋਂ ਪਰਮਾਤਮਾ ਆ ਗਿਆ ਨਾ, ਕਦੇ ਮੇਰੀ ਇੱਛਾ ਪੂਰੀ ਹੋ ਗਈ, ਸਾਡੇ ਘਰ ਸੱਜਣ ਆ ਗਿਆ, ਰੱਬ ਆ ਗਿਆ, ਪਰਮਾਤਮਾ ਆ ਗਿਆ। ਪੁੰਨੀ ਹੁੰਦਾ ਪੂਰੀ ਹੋ ਜਾਣਾ। ਮੇਰੀ ਇੱਛਾ ਪੂਰੀ ਹੋ ਗਈ ਹੈ। ਹਮ ਕਰ ਸਾਜਨ ਆਇਆ, ਸਾਡੇ ਘਰ ਸੱਜਣ ਆਏ ਨੇ। ਇੱਥੇ ਤਾਂ ਜਵਾਈ ਆ ਭਾਏ ਕਹਿੰਦੇ ਹਮ ਕਰ ਸਾਜਨ ਆਏ, ਕਰਤੇ ਮੇਲ ਬੁਲਾਏ। ਉਹਦੀ ਪਤਾ ਜੋ 15 ਦਿਨਾਂ ਬਾਅਦ ਖੜਕਾਈ ਹੋ ਜਾਂਦੀ ਹੈ। ਮਿਲ ਵਰ ਨਾਰੀ ਮੰਗਲ ਗਾਇਆ। ਪਤੀ ਨੇ ਤੇ ਔਰਤ ਨੇ ਮਿਲ ਕੇ ਖੁਸ਼ੀ ਦੇ ਗੀਤ ਗਾਏ। ਕੁਦਰਤੀ ਗੱਲ ਹੈ।
ਫਿਰ ਮਿਲਾਪ ਦੇ ਵਿੱਚ ਖੁਸ਼ੀ ਹੁੰਦੀ ਹੈ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ ਹੈ। ਅਸੀਂ ਕਿਉਂ ਦੁਖੀ ਹਾਂ? ਕਿਉਂ ਅਸੀਂ ਪਰਮਾਤਮਾ ਵਿਛੜੇ ਹੋਏ ਹਾਂ। ਪਰ ਸਾਨੂੰ ਗਿਆਨ ਨਾ ਹੋਣ ਕਰਕੇ ਸਾਨੂੰ ਆਪਣੇ ਦੁੱਖ ਦਾ ਦੂਰ ਕਰਨ ਦਾ ਢੰਗ ਨਹੀਂ ਲੱਭ ਰਿਹਾ, ਕਿਉਂਕਿ ਸਾਨੂੰ ਕਾਰਨ ਦਾ ਹੀ ਨਹੀਂ ਪਤਾ ਵੀ ਅਸੀਂ ਦੁਖੀ ਕਿਉਂ ਹਾਂ। ਪੈਸਾ ਵੀ ਕੋਲ ਹੈ, ਧੀਆਂ ਪੁੱਤਰ ਵੀ ਕੋਲ ਨੇ, ਘਰ ਵੀ ਕੋਲ ਹੈ, ਕੋਠੀ ਵੀ ਕੋਲ ਹੈ, ਮਾਇਆ ਵੀ ਕੋਲ ਹੈ, ਫਿਰ ਬੰਦਾ ਦੁਖੀ ਹੈ। ਉਹਨੂੰ ਸਮਝ ਹੀ ਨਹੀਂ ਆਉਂਦੀ ਵੀ ਸਭ ਕੁਛ ਹੈਗਾ, ਫਿਰ ਬੰਦਾ ਦੁਖੀ ਹੈ। ਕਿਉਂ? ਉਹ ਪਰਮਾਤਮਾ ਵਿਛੜਿਆ ਹੋਇਆ ਹੈ। ਇਸ ਲਈ ਉਹ ਦੁਖੀ ਹੀ ਰਹੇਗਾ, ਭਾਵੇਂ ਸਭ ਕੁਛ ਕੋਲ ਹੋਵੇ, ਦੁਖੀ ਹੀ ਰਹੇਗਾ ਬੰਦਾ। ਹਾਂ, ਨਾਮ ਜਪਦਾ ਰਹਿਣ ਵਾਲਾ ਬੰਦਾ ਜਿਹੜਾ ਸੁਖੀ ਹੋ ਸਕਦਾ, ਕਿਉਂਕਿ ਪਰਮਾਤਮਾ ਕਹਿੰਦਾ ਹਾਂ ਭਾਈ ਮੇਰਾ ਨਾਮ ਜਪਦਾ ਹੈ। ਗੁਣ ਗਾਏ ਮੰਗਲ ਪ੍ਰੇਮ ਰਹਿਸੇ, ਮੁੰਦ ਮਨ ਅਮਾਹੋ। ਅਮਾਹੋ ਦਾ ਬੜਾ ਚਾਅ ਹੋਣਾ ਹੈ। ਜੀਵ ਇਸ ਦੇ ਮਨ 'ਚ ਬੜਾ ਚਾਅ ਹੈ। ਮੰਗਲ ਹੁੰਦਾ ਖੁਸ਼ੀ, ਪਿਆਰ ਦੇ ਵਿੱਚ ਉਹ ਫਿਰ ਖੁਸ਼ੀ ਦੇ ਗੀਤ ਗਾਉਂਦੀ ਹੈ। ਭਾਵ ਪਿਆਰ ਸਹਿਤ ਪਰਮਾਤਮਾ ਦਾ ਨਾਮ ਜਪਦੀ ਹੈ, ਉਹਦੇ ਗੁਣ ਗਾਉਂਦੀ ਹੈ। ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸਚ ਲਹ। ਜਿਹੜੇ ਸੱਜਣ ਸਨ ਉਹ ਤਾਂ ਬੜੇ ਖੁਸ਼ ਹੋਏ, ਜਿਹੜੇ ਦੁਸ਼ਟ ਸਨ ਉਹਨਾਂ ਨੂੰ ਦੁਖੀ ਹੋ ਗਏ ਵਿਚਾਰੇ, ਵੀ ਹਾਏ ਹੋਏ ਇਹਨੂੰ ਕਿਉਂ ਮਿਲ ਗਏ। ਕਈ ਦੇਖੇ ਮੈਂ ਰਿਸ਼ਤੇਦਾਰਾਂ ਨੂੰ ਤਕਲੀਫ ਹੁੰਦੀ, ਇੱਕ ਰਿਸ਼ਤੇਦਾਰ ਅਮੀਰ ਹੋ ਜਾਏ ਨਾ, ਦੂਜੇ ਨੂੰ ਕਿਹਨੂੰ ਤਕਲੀਫ ਹੁੰਦੀ। ਕਈਆਂ ਤੇ ਖੁਸ਼ੀ ਹੁੰਦੀ ਹੈ ਵੀ ਸਾਡਾ ਭਰਾ ਅਮੀਰ ਹੋਇਆ, ਭਾਈ ਖੁਸ਼ੀ ਦੀ ਗੱਲ ਹੈ। ਮਾਂ ਪਿਓ ਨੂੰ ਜ਼ਰੂਰ ਖੁਸ਼ੀ ਹੁੰਦੀ ਹੈ। ਇਹ ਗੱਲ ਯਾਦ ਰੱਖਿਓ, ਤੁਹਾਡਾ ਬੱਚਾ ਪਾਸ ਹੋਇਆ, ਤੁਹਾਡਾ ਬੱਚਾ ਫਸਟ ਆਇਆ, ਸਿਰਫ ਦੋ ਨੂੰ ਖੁਸ਼ੀ ਹੁੰਦੀ ਹੈ, ਇੱਕ ਮਾਂ ਪਿਓ ਨੂੰ, ਇੱਕ ਟੀਚਰ ਨੂੰ। ਬਾਕੀ ਸਭ ਉੱਤੋਂ ਕਹਿੰਦੇ ਭੈਣ ਜੀ ਵਧਾਈਆਂ, ਵਧਾਈ ਵਿੱਚੋਂ ਹਾਏ ਹੋਏ ਸਾਡਾ ਨਹੀਂ ਆਇਆ। ਮੈਂ ਦੇਖਿਆ 37 ਸਾਲ ਪੜ੍ਹਾ ਕੇ, ਜਦੋਂ ਬੱਚਾ ਪਾਸ ਹੁੰਦਾ ਇੱਕ ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ, ਇੱਕ ਜਿਹੜਾ ਟੀਚਰ ਨੂੰ ਖੁਸ਼ੀ ਹੁੰਦੀ ਹੈ ਮੇਰਾ ਵਿਦਿਆਰਥੀ ਫਸਟ ਆਇਆ ਹੈ, ਅਤੇ ਮਾਂ ਪਿਓ ਨੂੰ ਖੁਸ਼ੀ ਹੁੰਦੀ। ਬਾਕੀ ਫੋਕੀਆਂ ਵਧਾਈਆਂ ਦਿੰਦੇ। ਜਦ ਤੁਸੀਂ ਤੁਹਾਡੀ ਪ੍ਰਮੋਸ਼ਨ ਹੋ ਗਈ ਹੈ, ਵਧਾਈਆਂ ਜੀ ਵਧਾਈਆਂ, ਵਿੱਚੋਂ ਕਹਿ ਰਹੇ ਸਾਡੇ ਦੀ ਨਹੀਂ ਹੋਈ। ਫਿਰ ਕਹਤੇ ਨਾ ਉਹ ਤਾਂ ਉੱਤੋਂ ਹੁੰਦੀ ਹੈ। ਸਾਜਨ ਰਹੰਸੇ ਕਹ ਜਦ ਪਿਆ ਪਰਮਾਤਮਾ ਮਿਲ ਗਿਆ, ਜਿਹੜੇ ਸੱਜਣ ਸਨ ਤਾਂ ਬੜੇ ਖੁਸ਼ ਹੋਏ, ਵਧਾਈਆਂ ਪਾਈ, ਵਧਾਈਆਂ ਪਰਮਾਤਮਾ ਮੇਲ ਹੋ ਗਏ। ਜਿਹੜੇ ਦੁਸ਼ਟ ਲੋਕ ਸਨ ਉਹ ਕਦੇ ਦੁਖੀ ਹੋ ਗਏ, ਵਿਆਪੇ ਉਹਨਾਂ ਦਾ ਦੁੱਖ ਵਿਆਪ ਗਿਆ। ਸਾਚ ਜਪ ਸੱਚ ਲਾਹ, ਪਰਮਾਤਮਾ ਦਾ ਨਾਮ ਜਪ ਕੇ ਅਸਲ 'ਚ ਸੱਚਾ ਲਾਹਾ ਮਿਲਦਾ ਹੈ। ਸੱਚਾ ਲਾਹਾ ਜਿਹੜਾ ਉਹ ਲਾਹਾ ਜਿਹੜਾ ਸਦਾ ਰਹਿਣ ਵਾਲਾ ਹੋਵੇ। ਪਰਮਾਤਮਾ ਦੇ ਨਾਮ ਦਾ ਲਾਹਾ ਸਦਾ ਰਹਿਣ ਵਾਲਾ ਹੈ। ਇਹ ਸੰਸਾਰਕ ਲਾਹੇ ਤਾਂ ਕਦੇ ਹੋ ਗਏ, ਕਦੇ ਵਾਧੇ ਹੋ ਗਏ, ਕਦੇ ਘਾਟੇ ਹੋ ਗਏ। ਕਰ ਜੋੜ ਸਾਤਨ ਕਰੇ ਬਿਨਤੀ, ਰੈਣ ਦਿਨ ਰਸ ਭਿੰਨੀਏ। ਦਿਨ ਰਾਤ ਰਸ 'ਚ ਭਿੱਜੀ ਹੋਈ ਹੈ, ਨਾਮ ਰਸ ਦੇ ਦਿਨ ਰਾਤ ਭਿੱਜੀ ਹੋਈ। ਇਹ ਜੀਵ ਇਸਤਰੀ ਕਾਰ ਹੁੰਦਾ ਹੱਥ, ਹੱਥ ਜੋੜ ਕੇ ਬੇਨਤੀ ਕਰਦੀ ਹੈ, ਹੱਥ ਜੋੜ ਕੇ ਪਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ ਹੈ, ਅਤੇ ਨਾਮ ਰਸ ਦੇ ਵਿੱਚ ਦਿਨ ਰਾਤ ਭਿੱਜੀ ਰਹਿੰਦੀ ਹੈ। ਨਾਨਕ ਪਿਰ ਤਨ ਕਰਹਿ ਰਲੀਆਂ, ਇੱਛ ਮੇਰੀ ਪੁਨੀਆਂ। ਹੁਣ ਪਤੀ ਅਤੇ ਪਤਨੀ ਮੌਜਾਂ ਮਾਣਦੇ ਨੇ, ਆਪਸੇ ਪਿਆਰ ਕਰਦੇ ਹਨ। ਕਿਉਂ? ਇੱਛ ਮੇਰੀ ਪੁੰਨੀ ਹੈ, ਮੇਰੀ ਇੱਛਾ ਪੂਰੀ ਹੋ ਗਈ ਹੈ। ਹੁਣ ਅਸੀਂ ਆਪਣੇ ਪ੍ਰਭੂ ਪਤੀ ਅਤੇ ਮੈਂ ਕਹਿੰਦੇ ਪਿਆਰ ਨਾਲ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ। ਸੋ ਇਸ ਲਈ ਆ ਸਾਰਾ ਦੱਸਿਆ ਕਿ ਭਾਈ ਪਹਿਲਾਂ ਉਹ ਹਾਲਤ ਦੱਸੀ ਹੈ ਜਦੋਂ ਨਾਮ ਨਹੀਂ ਬੰਦਾ ਜਪਦਾ, ਵਿਛੋੜੇ ਵਿੱਚ ਹੈ, ਕਿੰਨਾ ਦੁੱਖ ਹੈ। ਫਿਰ ਜਦੋਂ ਪਰਮਾਤਮਾ ਨਾਮ ਜਪ ਜਾਏ ਪਰਮਾਤਮਾ ਦੀ ਪ੍ਰਾਪਤੀ, ਫਿਰ ਅੱਗੇ ਦਾ ਕਿੰਨਾ ਆਨੰਦ ਹੈ। ਇਸ ਲਈ ਜਿੰਨਾ ਸਮਾਂ ਵੀ ਮਿਲੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ। ਠੀਕ ਹੈ, ਆਪਣੀ ਕਿਰਤ ਬਿਰਤ ਕਰੋ, ਜਿਹੜਾ ਸਮਾਂ ਬਚਦਾ ਹੈ ਪਰਿਵਾਰ ਨੂੰ ਵੀ ਅਟੈਂਡ ਕਰੋ, ਉਹਨਾਂ ਨੂੰ ਕੋਈ ਦੁਰਕਾਰ ਨਹੀਂ ਦੇਣਾ, ਉਹਨਾਂ ਨੂੰ ਅਟੈਂਡ ਕਰਨਾ ਹੈ। ਨਹੀਂ ਤਾਂ ਕਹਿੰਦੇ ਸਾਡੇ ਨਾਲ ਦੁੱਖ ਸੁੱਖ ਦੀ ਕੋਈ ਗੱਲ ਹੀ ਨਹੀਂ ਕਰਦਾ। ਆਪਣੇ ਸਮੇਂ ਨਾਲ ਆਪਣੇ ਪਰਿਵਾਰ ਨੂੰ ਵੀ ਅਟੈਂਡ ਕਰੋ, ਕੋਈ ਕਿਰਤ ਕਰਦਾ ਆਪਣੀ ਕਿਰਤ ਵੀ ਕਰੋ। ਵੀ ਜਿੰਨਾ ਵੀ ਸਮਾਂ ਮਿਲੇ ਆਪਣਾ ਭਜਨ ਬੰਦਗੀ ਕਰਕੇ ਲਾਹਾ ਖੱਟਣਾ। ਅਸੀਂ ਸਤਿਕਾਰਯੋਗ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸੰਗਤ ਨੂੰ ਯਾਦ ਕਰਾਇਆ ਜਾਂਦਾ ਜੀ ਵੀ ਕੱਲ੍ਹ ਨੂੰ ਜਿਹੜਾ 6 ਅਖੰਡ ਪਾਠ ਸ਼ੁਰੂ ਹੋਣੇ ਹਨ। ਅਸਲ ਵਿੱਚ ਤੇ ਪੁਰਾਣੇ ਸਮੇਂ ਤੋਂ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸੀ 1675 'ਚ। ਫਿਰ ਜਿਹੜਾ ਹੈ ਪੁਰੇਵਾਲ ਇੱਕ ਹੋਇਆ ਸੀ, ਬੜਾ ਵਿਦਵਾਨ ਬੰਦਾ, ਉਹਨੇ ਪੱਕੀਆਂ ਤਰੀਕਾਂ ਕੱਢਤੀਆਂ। 3-4 ਸਾਲ ਉਹ ਚੱਲਦਾ ਰਿਹਾ ਕੈਲੰਡਰ। ਫਿਰ ਕੁਝ ਲੋਕਾਂ ਨੇ ਰੌਲਾ ਪਾ ਲਿਆ ਜੀ, ਨਹੀਂ ਜੀ ਦੇਸੀ ਤਰੀਕੇ ਨਾਲ ਹੋਣਾ ਚਾਹੀਦਾ, ਅੰਗਰੇਜ਼ੀ ਤਰੀਕੇ ਨਾਲ ਨਹੀਂ ਹੈ ਜੀ। ਉਹ ਫਿਰ ਰੌਲਾ ਪੈਣ ਕਰਕੇ ਹੁਣ ਜੇ ਮੈਂ ਦੇਖਿਆ ਬਈ ਗੁਰੂ ਨਾਨਕ ਦੇ ਪ੍ਰਕਾਸ਼ ਜਿਹੜਾ ਬਣਦੇ ਕੱਤਕ ਦੀ ਪੂਰਨਮਾਸ਼ੀ ਨੂੰ, ਉਹ ਜਿਹੜੀ ਪੂਰਨਮਾਸ਼ੀ ਆਈ ਮੱਘਰ 'ਚ, ਕੱਤੇ 'ਚ ਆਈ ਹੋਈ ਨਹੀਂ। ਵਾਈ ਦੀ ਕੱਤੇ ਦੀ ਪੂਰਨਮਾਸ਼ੀ ਹੈ ਵੀ ਗੁਰੂ ਨਾਨਕ ਕੱਤਕ ਦੀ ਪੂਰਨਮਾਸ਼ੀ ਨੂੰ ਪੈਦਾ ਹੋਏ। ਕੱਤਕ ਦੀ ਪੂਰਨਮਾਸ਼ੀ ਜਿਹੜੀ ਪੂਰਨਮਾਸ਼ੀ ਉਹ ਮੱਘਰ 'ਚ ਆਈ, ਫਿਰ ਗੱਲ ਤਾਂ ਬੜੀ ਨਾ। ਚਲੋ ਹੁਣ ਇਸ ਕਾਰਨ ਦਿੱਲੀ ਵਾਲਿਆਂ ਨੇ ਅਤੇ ਕੇਂਦਰੀ ਸਰਕਾਰ ਨੇ, ਹਰਿਆਣਾ ਸਰਕਾਰ ਨੇ, ਉਹ ਤਾਂ 24 ਨਵੰਬਰ ਨੂੰ ਮਨਾ ਲਿਆ ਸੀ। ਆਪਣੇ ਜਿਹੜੇ ਪੰਜਾਬ ਵਾਲਿਆਂ ਨੇ ਜਿਹੜਾ ਹੈ ਇਹਨਾਂ ਨੇ 8 ਦਸੰਬਰ ਨੂੰ ਮਨਾਉਣਾ। ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਦਿਵਸ 8 ਦਸੰਬਰ ਨੂੰ ਮਨਾਉਣਾ। ਸਾਡਾ ਕਿਉਂਕਿ 6 ਦਸੰਬਰ 5 ਦਸੰਬਰ ਨੂੰ ਐਤਵਾਰ ਆ ਰਿਹਾ ਸੀ, ਮੈਂ ਜੇ ਇੱਕ 24 ਨੂੰ ਮਨਾ ਸਕਦਾ, ਇੱਕ 8 ਨੂੰ ਮਨਾ ਸਕਦਾ, ਅਸੀਂ ਫਿਰ 5 ਨੂੰ ਵੀ ਮਨਾ ਸਕਦੇ ਹਾਂ। ਨਾ ਖੱਬੇ ਨਾ ਸੱਜੇ ਵਿਚਾਲੇ ਹੋ ਗਿਆ ਸੀ। ਇਸ ਲਈ ਕਿਉਂਕਿ ਆਪਾਂ ਤਾਂ ਮਨਾਉਂਦੇ ਹੀ ਐਤਵਾਰ ਨੂੰ ਹਾਂ। ਸਾਡੇ ਤਾਂ ਆਪਣੀ ਮਜਬੂਰੀ, ਸਾਡੀ ਜਿਹੜੀ ਸੰਗਤ ਹੈ ਸਰਵਿਸ ਕਰਨ ਵਾਲੀ ਹੈ, ਅੱਡ ਅੱਡ ਜਿਹੜਾ ਹੈ ਆਉਂਦੀ ਹੈ ਕਲੋਨੀਆਂ ਤੋਂ। ਜਿਸ ਦਿਨ ਐਗਜ਼ੈਕਟਲੀ ਹੁੰਦਾ ਸਾਰੀਆਂ ਕਲੋਨੀਆਂ 'ਚ ਉਸ ਦਿਨ ਮਨਾਇਆ ਜਾਂਦਾ ਹੈ। ਫਿਰ ਸਾਡੀ ਸੰਗਤ ਜਿਹੜੀ ਆਪਣੀ ਕਲੋਨੀ 'ਚ ਵੀ ਮਨਾਉਣਾ ਹੁੰਦਾ, ਜਾਣਾ ਹੁੰਦਾ। ਅਸੀਂ ਇਸ ਲਈ ਐਤਵਾਰ ਨੂੰ ਮਨਾਉਂਦੇ ਹਾਂ ਕਿ ਤੁਸੀਂ ਬਾਕੀ ਦਿਨ ਭਾਵੇਂ ਆਪਣਾ ਵਿਹਲੇ ਰਹੋ, ਐਤਵਾਰ ਨੂੰ ਆ ਜਾਓ। ਅਸੀਂ ਆਪਾਂ ਸ਼ੁਰੂ ਤੋਂ ਹੀ ਕੋਈ ਵੀ ਧਾਰਮਿਕ ਪ੍ਰੋਗਰਾਮ ਹੈ ਐਤਵਾਰ ਨੂੰ ਹੀ ਕਰਦੇ ਹਾਂ। ਇਸ ਲਈ ਆਪਾਂ 3 ਤਰੀਕ ਕੱਲ੍ਹ ਨੂੰ ਸ਼ੁੱਕਰਵਾਰ ਨੂੰ ਅਖੰਡ ਪਾਠ ਰੱਖਾਂਗੇ, ਐਤਵਾਰ ਨੂੰ ਭੋਗ ਪਾਵਾਂਗੇ। ਐਤਵਾਰ ਨੂੰ ਹੀ ਜਿਹੜਾ ਸੰਥਿਆ ਦਾ ਭੋਗ ਪਏਗਾ, ਫਿਰ ਕੀਰਤਨ ਹੋਏਗਾ। ਫਿਰ ਪਹਿਲਾਂ 10 ਵਜੇ ਸਮਾਪਤੀ ਹੋ ਜਾਂਦੀ ਹੈ, ਇਸ ਐਤਵਾਰ 10:30 ਵਜੇ ਜਾ ਕੇ ਸਮਾਪਤੀ ਹੋਏਗੀ, ਕਿਉਂਕਿ 9 ਤੋਂ 9:30 ਤੱਕ ਸੰਥਿਆ ਦਾ ਭੋਗ ਪਏਗਾ, 9:30 ਤੋਂ 10:30 ਕੀਰਤਨ ਹੋਏਗਾ, ਫਿਰ ਅਰਦਾਸ ਹੋਏਗੀ। ਸਤਿਕਾਰਯੋਗ ਸਾਧ ਸਿੰਘ ਇਸ ਲਈ ਯਾਦ ਰੱਖਣਾ ਅਤੇ ਇੱਕ ਦੂਜੇ ਨੂੰ ਦੱਸ ਵੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।